These hounds have hastened my death। कि आ जो शिकारी कुत्ते इन्होंने मेरा जड़ा सी ना मेरी मौत छेती लै ਜਦੋਂ ਬਾਹਰਲੇ ਸਾਹਿਤਕਾਰ ਇਕੱਠੇ ਇੱਕ ਥਾਂ ਤੇ ਹੁੰਦੇ ਹੈਗੇ ਆ, ਉਹਨਾਂ ਦੇ ਵਿਚਾਰ ਜਿਹੜੇ ਵਧੀਆ ਹੁੰਦੇ ਆ, ਜਿਹਦੇ ਨਾਲ ਸਾਹਿਤ ਵਧੀਆ ਲਿਖਦਾ। ਨਹੀਂ ਤਾਂ ਪਹਿਲਾਂ ਇੰਡੀਆ ਬੰਦੇ ਬੈਠੇ ਉਦਾਂ ਹੀ ਲਿਖੀ ਜਾਂਦੇ ਸੀ ਕੈਨੇਡਾ ਬਾਰੇ ਜਾਂ ਇੰਗਲੈਂਡ ਬਾਰੇ। ਇਹ ਹੁਣ ਇੱਕ ਗੁਰਦੁਆਰੇ ਦੀ ਬਜਾਏ 2 ਜਾਂ 3 ਗੁਰਦੁਆਰੇ ਖੁੱਲ ਜਾਣ ਤੇ ਹਰੇਕ ਥਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਵੇ ਤੇ ਉਹਦਾ ਹੀ ਕੀਰਤਨ ਹੋਣਾ ਹੋਵੇ ਤਾਂ ਨੁਕਸਾਨ ਨਹੀਂ ਹੁੰਦਾ ਕੋਈ। ਸਾਡੀ ਕਿਤਾਬ ਦੇ ਵਿੱਚ 100% ਨੈਤਿਕਤਾ, 1% ਵੀ ਨਹੀਂ ਹੋਣਾ ਜਿਹੜੀ ਨੈਤਿਕਤਾ ਤੋਂ ਬਾਹਰ ਹੋਵੇ। ਤੇ ਸਾਥ ਸਾਡੀ ਤਾਕਤ ਹੈ। ਟੀਵੀ ਪੰਜਾਬੀ ਦੁਨੀਆ ਹਰ ਰੋਜ਼ ਲੈ ਕੇ ਆਉਂਦਾ ਹੈ ਆਪਣੀ ਧਰਤੀ ਨਾਲ ਜੁੜੇ ਲੋਕਾਂ ਲਈ ਇੱਕ ਵਿਲੱਖਣ ਪ੍ਰੋਗਰਾਮ, ਮੇਰੀ ਧਰਤੀ ਮੇਰੇ ਲੋਕ। ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। पंजाब करा की सिफत तेरी शाना दे सब सामान तेरे, जल पौन तेरा हरियाल तेरी दरिया पर्वत मैदान तेरे। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ, ਪ੍ਰੋਗਰਾਮ ਮੇਰੀ ਧਰਤੀ ਮੇਰੇ ਲੋਕ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਹਾਂ। ਸਕਰੀਨ ਤੇ ਤੁਸੀਂ ਦੇਖ ਲਿਆ ਮੇਰੇ ਨਾਲ 2 ਸ਼ਖਸੀਅਤ ਨੇ। ਮੰਡੇ ਵਾਲਾ ਦਿਨ ਵੈਸੇ ਵੀ ਡਾਕਟਰ ਨਾਜ਼ਰਾਂ ਦਾ ਰਿਜ਼ਰਵ ਦਿਨ ਹੈ, ਉਹਨਾਂ ਨੇ ਸਾਡੇ ਨਾਲ ਸਾਂਝ ਪਾਉਣੀ ਹੁੰਦੀ ਆ। ਤੇ ਅੱਜ ਸਾਡੇ ਨਾਲ ਇੱਕ ਹੋਰ ਸਾਡੇ ਸਪੈਸ਼ਲ ਗੈਸਟ ਕਹਿ ਲਾਂ ਜਾਂ ਆਪਣੇ ਮਿੱਤਰ ਦੋਸਤ ਕਹਿ ਲਾਂ, ਭਰਾ ਕਹਿ ਲਾਂ, ਸਰ ਅਜੈਬ ਸਿੰਘ ਚੱਠਾ ਹਰੀ, ਇੱਕ ਜਾਣੀ ਪਛਾਣੀ ਸ਼ਖਸੀਅਤ ਸਾਡੇ ਨਾਲ ਆ। ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਦੇ ਨਾਲ ਡਾਕਟਰ ਸਾਹਿਬ ਤੁਹਾਡਾ ਤੇ ਚੱਠਾ ਸਾਹਿਬ ਦਾ ਸਵਾਗਤ ਕਰਦਾ ਜੀ ਸ਼ੋਅ 'ਚ। ਜੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਚੱਠਾ ਸਾਹਿਬ ਤੋਂ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਇੱਕ ਲੰਬੇ ਸਮੇਂ ਤੋਂ ਉਪਰਾਲਾ ਪੰਜਾਬੀ ਵਿਸ਼ਵ ਪੰਜਾਬੀ ਕਾਨਫਰੰਸ ਕਰਾਉਂਦੇ ਨੇ ਲਗਾਤਾਰ, ਆਪਾਂ ਸਾਰੇ ਜੁੜੇ ਹੋਏ ਆ ਇਹਨਾਂ ਨਾਲ। ਔਰ ਚੱਠਾ ਸਾਹਿਬ ਨੂੰ ਜਿਹੜੀ ਹੁਣੇ ਕਾਨਫਰੰਸ ਹੋਈ ਆ ਉਹਦੇ ਨਾਲ ਸੰਬੰਧਿਤ ਕੁਝ ਗੱਲਾਂ, ਪਿਛਲੀਆਂ ਕਾਨਫਰੰਸਾਂ ਦੀਆਂ ਕੁਝ ਗੱਲਾਂ ਤੇ ਕੁਝ ਇੱਕ ਇਹਨਾਂ ਦੇ ਕੋਲੋਂ ਪ੍ਰਭਾਵ ਕਿ ਕਿਸ ਤਰ੍ਹਾਂ ਨੂੰ ਲੱਗਿਆ। ਸਭ ਤੋਂ ਪਹਿਲਾਂ ਤਾਂ ਚੱਠਾ ਸਾਹਿਬ ਤੁਸੀਂ ਦੱਸੋ ਕਿੱਦਾਂ ਦੀ ਰਹੀ ਇਸ ਵਾਰ ਦੀ ਕਾਨਫਰੰਸ? ਕਦੇ ਕਿਸੇ ਨੂੰ ਆਪਦਾ ਫੰਕਸ਼ਨ ਕਦੇ ਮਾੜਾ ਨਹੀਂ ਲੱਗਾ ਤੇ ਉਸੇ ਤਰੀਕੇ ਨਾਲ ਹੀ ਮੈਨੂੰ ਇਹ ਆਪਣਾ ਫੰਕਸ਼ਨ ਕਰਾਇਆ। ਜਿੰਨੀ ਕਿ ਸਾਡੇ 'ਚ ਸਮਰੱਥਾ ਸੀਗੀ ਉਹਨਾਂ ਅਸੀਂ ਪੂਰਾ ਜ਼ੋਰ ਲਾ ਕੇ ਕਰਾਇਆ। ਜਿੰਨਾ ਵਧੀਆ ਅਸੀਂ ਕਰਾ ਸਕਦੇ ਸੀਗੇ ਉਹਨਾਂ ਕਰਾਇਆ ਹੈਗਾ। ਮੇਰਾ ਆਪਣਾ ਤਜਰਬਾ ਇਹ ਤੇ ਬਹੁਤ ਸੈਟੀਸਫੈਕਸ਼ਨ ਹੈਗੀ ਆ। ਮੈਂ ਬੜਾ ਖੁਸ਼ ਹਾਂ ਤੇ ਬੜਾ ਵਧੀਆ ਫੰਕਸ਼ਨ ਹੋਇਆ। ਲੋਕ ਰਾਏ ਕੀ ਬਣੀ ਥੋੜੀ ਜਿਹੀ ਉਹ ਵੀ ਦੱਸੋ ਨਾ। ਮੇਰੇ ਤੱਕ ਹਜੇ ਤੱਕ ਜਿਹੜੇ ਬੰਦੇ ਨੇ ਕੀਤੀ ਸ਼ਾਬਾਸ਼ ਵਾਲੀ ਆ ਮਿਲੇ ਹੈਗੇ, ਸ਼ਾਬਾਸ਼ ਦਿੱਤੀ ਸਾਰਿਆਂ ਨੇ। ਅੱਛਾ ਜੀ। ਵਧਾਈਆਂ ਦਿੱਤੀਆਂ ਹੈਗੀਆਂ। ਇਸ ਕਰਕੇ ਲੋਕਾਂ ਦਾ ਤਾਂ ਲੋਕਾਂ ਨੂੰ ਪੁੱਛ ਲਓ, ਉਹ ਮੇਰੇ ਬਾਰੇ ਦੱਸ ਸਕਣਗੇ। ਪਰ ਜਿਹੜੇ ਮੇਰੇ ਕੋਲ ਜਿਨ੍ਹਾਂ ਨੇ ਕੀਤੀਆਂ ਗੱਲਾਂ ਉਹਨਾਂ ਨੇ ਤਾਂ ਇਹਦੀਆਂ ਬਹੁਤ ਜ਼ਿਆਦੀਆਂ ਸਿਫਤਾਂ ਕੀਤੀਆਂ। ਇੱਕ ਲਗਾਤਾਰ ਕਰੀ ਜਾਣ ਨਾਲ ਮੈਨੂੰ ਇਹ ਯਾਦ ਆ ਵੀ 2008 ਵਿੱਚ ਡਾਕਟਰ ਨਈਅਰ ਸਾਹਿਬ ਦੀ ਰਿਪੋਰਟ ਆਈ ਸੀਗੀ ਵੀ ਪੰਜਾਬੀ ਭਾਸ਼ਾ 50 ਸਾਲਾਂ 'ਚ ਖਤਮ ਹੋ ਜਾਣੀ ਆ ਤੇ ਸਾਡਾ ਸੰਬੰਧ ਵੀ ਕੋਈ ਨਹੀਂ ਸੀਗਾ। ਤੇ ਸਭ ਤੋਂ ਪਹਿਲਾਂ ਮੋਹਨ ਸਿੰਘ ਫਾਊਂਡੇਸ਼ਨ ਨੇ ਸਾਡੀ ਆ ਕੇ ਬਾਂਹ ਫੜੀ ਸੀ, ਜੋ ਪ੍ਰਗਟ ਸਿੰਘ ਗਰੇਵਾਲ ਸਾਹਿਬ ਆਏ ਸੀਗੇ। ਉਦੋਂ ਕੈਨੇਡਾ ਦੇ ਪ੍ਰਧਾਨ ਤੁਸੀਂ ਸੀਗੇ, ਉਦੋਂ ਤੁਸੀਂ ਸਾਨੂੰ ਸ਼ੁਰੂ ਕਰਾਇਆ ਸੀਗਾ। ਅੱਜ ਦੇਖ ਲਓ 13-14 ਸਾਲ ਹੋ ਗਏ ਹੈਗੇ ਤੇ ਮੈਨੂੰ ਤਾਂ ਲੱਗਦਾ ਵੀ ਇਹ ਅਸੀਂ ਪੰਜਾਬੀ ਦੇ ਲਈ ਜਿੰਨਾ ਕੁਝ ਕਰ ਸਕਦੇ ਸੀ ਅਸੀਂ ਤਾਂ ਕੁਝ ਨਹੀਂ ਕੀਤਾ। ਬੂਟਾ ਪੰਜਾਬੀ ਦਾ ਬਹੁਤ ਵੱਡਾ ਤੇ ਹਰਿਆ ਭਰਿਆ ਹੈਗਾ। ਅਸੀਂ ਤਾਂ ਆਲੇ ਦੁਆਲੇ ਕਦੀ ਪਾਣੀ ਦੇ ਲਿਆ, ਕਦੀ ਕੁਝ ਹੋਰ ਕਰ ਲਿਆ। ਅਸੀਂ ਤਾਂ ਖੁਸ਼ੀ ਹੁੰਦੇ ਆ ਪੰਜਾਬੀ ਦਾ ਬੂਟਾ ਦੇਖ ਕੇ ਤੇ ਸਾਨੂੰ ਤਸੱਲੀ ਹੈ ਪੂਰੀ, ਅਸੀਂ ਉਹਦੇ ਲਈ ਕੁਝ ਨਾ ਕੁਝ ਕੰਮ ਕਰ ਰਹੇ ਹਾਂ। ਚੱਠਾ ਸਾਹਿਬ, ਵੈਸੇ ਮੈਂ ਤੁਹਾਡੀ ਸਾਰਿਆਂ ਦੀ ਹਿੰਮਤ ਦੀ ਦਾਤ ਦਿੰਦਾ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਲੋਕਾਂ ਕੋਲ ਸਮਾਂ ਨਹੀਂ ਆ, ਤੁਸੀਂ ਮੋਹਨ ਸਿੰਘ ਫਾਊਂਡੇਸ਼ਨ ਦਾ ਜ਼ਿਕਰ ਕੀਤਾ ਤੇ ਪ੍ਰਧਾਨਗੀ ਅਜੇ ਵੀ ਤੁਹਾਡੇ ਭਰਾ ਕੋਈ ਆ ਵੈਸੇ, ਤੇ ਪ੍ਰਧਾਨ ਹੋਣਾ ਹੀ ਇਕੱਲਾ ਕਾਫੀ ਨਹੀਂ ਹੁੰਦਾ, ਉਹਦੇ ਲਈ ਜਿਹੜੇ ਯਤਨ ਕਰਨੇ ਹੁੰਦੇ ਆ ਨਾ, ਬਾਕੀ ਟੀਮ ਵਰਕ ਬਣਾਉਣਾ ਹੁੰਦਾ, ਉਹਦੇ 'ਚ ਤੁਹਾਡਾ ਕੰਮ ਲਾਜਵਾਬ ਆ। ਮੈਂ ਤੁਹਾਡੀ ਪਹਿਲਾਂ ਇੱਥੋਂ ਐਪਰੀਸ਼ੀਏਸ਼ਨ ਸ਼ੁਰੂ ਕਰਦਾ, ਕ੍ਰਿਟਿਸਿਜ਼ਮ ਬਾਅਦ 'ਚ ਕਰਾਂਗੇ ਤੁਹਾਡਾ। ਤੇ ਪਹਿਲਾਂ ਮੈਨੂੰ ਯਾਦ ਆ ਜਦੋਂ ਆਪਾਂ ਪੜ੍ਹਾਈ ਸੀ ਇੰਟਾਰੀਓ ਫਰੈਂਡਸ ਕਲੱਬ, ਤੇ ਕਈ ਤੁਹਾਡੇ ਫਾਰਮੂਲੇ ਮੈਨੂੰ ਬੜੇ ਚੰਗੇ ਲੱਗੇ ਕਿ ਜਿਹੜਾ ਬੰਦਾ ਮਹੀਨੇ 'ਚ $20 ਆਪਣੇ ਆਪ ਤਾਂ ਨਹੀਂ ਖਰਚ ਸਕਦਾ, ਉਹ ਕੁਝ ਵੀ ਨਹੀਂ ਕਰ ਸਕਦਾ। ਇਹ ਗੱਲ ਮੈਂ ਬੜਿਆਂ ਲੋਕਾਂ ਨੂੰ ਦੱਸੀ ਆਏ ਤੇ ਇਹ ਮੈਨੂੰ ਬਹੁਤ ਤੁਹਾਡਾ ਫੰਡਾ ਬੇਸਿਕ ਚੰਗਾ ਲੱਗਿਆ ਸੀ ਉਹਨਾਂ ਸਮਿਆਂ ਦੇ ਵਿੱਚ ਕਿ ਤੁਸੀਂ ਬੜੀ ਖੁੱਲ੍ਹ ਕੇ ਗੱਲ ਕਰਦੇ ਹੋ ਤੇ ਦੋਸਤਾਂ ਨਾਲ ਪੂਰੀ ਉਸ ਤਰ੍ਹਾਂ ਹੀ ਦੋਸਤੀ ਨਿਭਾਉਂਦੇ ਹੋ ਜਿੱਦਾਂ ਹੋਣੀ ਚਾਹੀਦੀ ਆ। ਮੈਂ ਪਹਿਲਾਂ ਤੁਹਾਡੀ ਐਪਰੀਸ਼ੀਏਸ਼ਨ ਕਰਦਾ ਜੀ, ਬਹੁਤ ਵਧੀਆ ਤੁਹਾਡਾ ਇੱਕ। ਧੰਨਵਾਦ ਜੀ, ਧੰਨਵਾਦ। ਜਿੱਦਾਂ ਦੇ ਸਬੰਧ ਆਪਣੇ ਚੱਲੇ ਸੀਗੇ, ਮੈਂ ਅੱਜ ਵੀ ਕਹਿੰਦਾ ਆਪਣੇ ਉਦਾਂ ਦੇ ਸਬੰਧ ਹੀ ਚੱਲੀ ਜਾਂਦੇ ਆ। ਕਿੰਨੇ ਵਧੀਆ ਤੁਸੀਂ ਮੁੜ ਕੇ ਪਾਕਿਸਤਾਨ ਵੀ ਆਪਾਂ ਗਏ ਤਾਂ ਵੀ ਇਕੱਠੇ ਗੇੜਾ ਲਾ ਕੇ ਆਏ, ਇੰਡੀਆ 'ਚ ਵੀ ਮਿਲੇ, ਮੈਂ ਆਪ ਜੀ ਦੇ ਘਰੇ ਵੀ ਅੰਮ੍ਰਿਤਸਰ ਜਾ ਕੇ ਰਹਿ ਕੇ ਆਇਆ ਹੈਗਾ।
ਜਿੱਦਾਂ ਦੇ ਸਬੰਧ ਚੱਲੇ ਸਾਡੇ ਉਹਦੇ ਚੱਲੀ ਜਾਂਦੇ ਹੈਗੇ। ਇਹਨੂੰ ਕਹਿੰਦੇ ਜੇ ਲੰਮੇ ਚਿਰ ਦੇ ਸਬੰਧ ਹੋਣ ਤੇ ਚੰਗੇ ਬੰਦਿਆਂ ਦੇ ਨਾਲ ਹੋਣ ਨਾ ਜੀ, ਉਹ ਤੋਂ ਹੀ ਚੰਗੇ ਬੰਦਿਆਂ ਦੀ ਪਰਖ ਹੁੰਦੀ ਹੈਗੀ ਆ। ਡਾਕਟਰ ਸੁਲੇਮਾਨ ਨਾਜ਼ ਸਾਹਿਬ ਦੇ ਨਾਲ ਮੇਰੇ 1967 ਦੇ ਸਬੰਧ ਵਾ। 67 ਤੋਂ ਲੈ ਲਓ ਵੀ ਕਿੰਨੇ ਸਾਲ ਹੋ ਗਏ ਆ। ਕਦੇ ਘੂਰ ਵੀ ਲੈਣ, ਸਾਨੂੰ ਗਾਲਾਂ ਵੀ ਕੱਢ ਲੈਣ, ਕਿ ਜੋ ਮਰਜ਼ੀ ਕਰ ਲਓ ਅਸੀਂ ਤੁਹਾਡੇ ਨਾਲ ਖੜੇ ਹੈਗੇ। ਚੱਠਾ ਸਾਹਿਬ ਆਪਣੀ ਦੂਜੀ ਮੇਰੇ ਖਿਆਲ ਕਿ ਤੀਜੀ ਕਾਨਫਰੰਸ 'ਚ ਇੰਦਰਜੀਤ ਹਸਨਪੁਰੀ ਆਏ ਸੀ। ਉਹਨਾਂ ਬਾਰ-ਬਾਰ ਆਪਾਂ ਨੂੰ ਇੱਕ ਕਵਿਤਾ ਸੁਣਾਈ ਸੀ, ਮੈਂ ਤੇਰਾ ਸਨਮਾਨ ਕਰੂੰਗਾ ਤੂੰ ਮੇਰਾ ਸਨਮਾਨ ਕਰੀ। ਉਹ ਗੱਲ ਹੋ ਗਈ ਆ, ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ, ਤੁਸੀਂ ਮੈਨੂੰ ਸਿਫਤ ਕਰੀ ਜਾਓ। ਡਾਕਟਰ ਸਾਹਿਬ ਨੂੰ ਜੋੜ ਲਈਏ ਨਾਲ। ਡਾਕਟਰ ਸਾਹਿਬ ਅਸਲ ਵਿੱਚ ਗੱਲ ਇਦਾਂ ਹੈਗੀ ਆ ਕਿ ਹਰਜੀਤ ਜੀ ਆਪਾਂ ਪੁਰਾਣੇ ਦੋਸਤ ਹੈਗੇ ਆ। ਇਸ ਵਕੀਲ ਨੂੰ ਤਾਂ ਮੈਂ ਉਦੋਂ ਦਾ ਜਾਣਦਾ ਜਦੋਂ ਇਹ ਛੋਟਾ ਬੱਚਾ ਹੀ ਸੀ, ਪੜ੍ਹਦਾ ਸੀ। ਪਰ ਇੱਕ ਗੱਲ ਮੈਂ ਮਹਿਸੂਸ ਕਰਦਾ ਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਨਾ ਉਹ ਆਲੋਚਕ ਹੁੰਦੇ ਆ, ਆਪ ਕੁਛ ਨਹੀਂ ਕਰਨ ਵਾਲੇ। ਮਿਸਾਲ ਦੇ ਤੌਰ 'ਤੇ ਮੈਂ ਆਮ ਤੌਰ 'ਤੇ ਇੱਕ ਸਧਾਰਨ ਜੀ ਮਿਸਾਲ ਦਿੰਦਾ ਹੁੰਦਾ ਕਿ ਦਾਈ ਨੇ ਬੱਚਾ ਜੰਮ ਕੇ ਕਹਿਣਾ ਇਹਦਾ ਜਿਹੜਾ ਰੰਗ ਠੀਕ ਨਹੀਂ, ਇਹਦੇ ਅੰਗ ਨਹੀਂ ਠੀਕ, ਇਹ ਛੋਟੇ ਜਿਹੇ ਉਮਰ ਦਾ ਲੱਗਦਾ ਹੈਗਾ, ਇਹਦਾ ਕੱਦ ਨਹੀਂ ਠੀਕ, ਇਹਦਾ ਵੇਟ ਨਹੀਂ ਠੀਕ। ਪਰ ਜਿਹਨੂੰ ਜੰਮਿਆ ਹੋਵੇ ਉਹਨੂੰ ਪਤਾ ਹੁੰਦਾ ਕਿ ਉਹ ਕਿੰਨਾ ਸੋਹਣਾ। ਹਾਂਜੀ, ਉਹਨੂੰ ਪਤਾ ਹੁੰਦਾ। ਹੁਣ ਆਲੋਚਕ ਤਾਂ ਜਿਹੜੇ ਉਹਨਾਂ ਦਾ ਕੰਮ ਆ, ਜੌਨ ਕੀਟ ਇੱਕ ਬਹੁਤ ਵੱਡਾ ਪੋਇਟ 18th ਸੈਂਚੁਰੀ 'ਚ ਹੋਇਆ ਇੰਗਲੈਂਡ ਦੇ ਵਿੱਚ ਜੀ। ਉਹ ਛੇਤੀ ਉਮਰ 24 ਸਾਲ ਦੇ ਵਿੱਚ ਹੀ ਉਹਦੀ ਡੈਥ ਹੋ ਗਈ। ਤਾਂ ਉਹ ਮਰਨ ਤੋਂ ਪਹਿਲਾਂ ਇੱਕ ਗੱਲ ਲਿਖ ਗਿਆ, ਕਹਿੰਦਾ ਆ ਜਿਹੜੇ ਆਲੋਚਕ ਆ ਉਹਨਾਂ ਦੀ ਬਾਬਤ ਕਹਿੰਦਾ ਦੀਜ਼ ਹਾਊਂਡਸ, ਹਾਊਂਡ ਹੁੰਦਾ ਸ਼ਿਕਾਰੀ ਕੁੱਤੇ, ਹਾਂਜੀ ਹਾਂਜੀ, ਦੀਜ਼ ਹਾਊਂਡਸ ਹੈਵ ਹੇਸਨਡ ਮਾਈ ਡੈਥ, ਕਿ ਆਹ ਜਿਹੜੇ ਸ਼ਿਕਾਰੀ ਕੁੱਤੇ ਇਹਨਾਂ ਨੇ ਮੇਰਾ ਜਿਹੜਾ ਸੀ ਨਾ ਮੇਰੀ ਮੌਤ ਛੇਤੀ ਲੈ ਆਂਦੀ। ਇਹ ਆਲੋਚਕ ਹੋਣਾ ਹੋਰ ਗੱਲ ਹੁੰਦੀ ਹੈ, ਕ੍ਰੀਏਟ ਕਰਨਾ ਹੋਰ ਗੱਲ ਹੁੰਦੀ। ਹੁਣ ਜੇ 8ਵੀਂ ਕਾਨਫਰੰਸ ਇਹਨਾਂ ਨੇ ਕਰਾਈ ਆ, ਮੇਰੇ ਕੋਲ ਬਹੁਤ ਸਾਰੇ ਲੋਕ ਮੇਰੇ ਕੋਲ ਯਾਰ ਤੁਸੀਂ ਕਹਿੰਦੇ ਹੁੰਦੇ ਮੇਰਾ ਉਹ ਸਟੂਡੈਂਟ ਹੈਗਾ, ਤੁਹਾਡੇ ਸੰਬੰਧ ਹੈ, ਉਹ ਸਾਨੂੰ ਕੋਈ ਚੰਗਾ ਨਹੀਂ ਲੱਗੀ ਗੱਲਬਾਤ। ਮੈਂ ਕਿਹਾ ਇਹ ਤਾਂ ਸੌਖੀ ਜਿਹੀ ਗੱਲ ਹੈ, ਤੁਸੀਂ ਉਹਨੂੰ ਚੰਗੀ ਕਰ ਲਓ। ਮਤਲਬ ਜੇ ਉਹ ਚੰਗਾ ਨਹੀਂ ਕਰਦਾ, ਤੁਸੀਂ ਇੰਨਾ ਚਿਰ ਇੱਥੇ ਬੈਠੇ ਕੀ ਕਰਦੇ ਰਹੇ? ਅੱਜ ਤਾਈਂ ਵੱਡੇ ਵੱਡੇ ਜਿੰਨੇ ਆਪਣੇ ਆਪ ਨੂੰ ਸਾਹਿਤਕਾਰ ਇੱਥੇ ਕਹਿੰਦੇ, ਤਾਂ ਮਤਲਬ ਆਪਣੇ ਆਪ ਨੂੰ ਇੱਦਾਂ ਕਹਿੰਦੇ ਕਿ ਅਸੀਂ ਮਹਾਰਥੀ ਆ, ਉਹਨਾਂ ਨੇ ਕੀਤਾ ਕੀ ਆ? ਤੁਸੀਂ ਜੇ ਇਹ ਤੋਂ ਚੰਗਾ ਕਰ ਸਕਦੇ ਹੋ ਤਾਂ ਮੈਂ ਤੁਹਾਡੇ ਨਾਲ ਇਹ ਕਰੋ, ਤੇ ਜੇ ਉਹਦੇ ਵਿੱਚ ਕੋਈ ਨੁਕਸ ਵੀ ਰਹਿ ਗਏ ਆ ਤੇ ਨੁਕਸਾਨ ਥੋੜ੍ਹਾ ਦੇਖਣੇ, ਉਹ ਜੋ ਕੰਮ ਕਰ ਰਿਹਾ ਉਹਦੀ ਬਾਬਤ ਸਿਫਤਾਂ ਕਰ। ਵੈਸੇ ਡਾਕਟਰ ਸਾਹਿਬ ਡਾਕਟਰ ਸਾਹਿਬ ਵੈਸੇ ਨੁਕਸ ਲੋਕੀ ਕੱਢਦੇ ਰਹਿਣ ਤੇ ਇੰਪਰੂਵਮੈਂਟ ਦੇ ਚਾਂਸਸ ਜ਼ਿਆਦਾ ਰਹਿੰਦੇ ਆ। ਕੋਈ ਹਰਜ ਨਹੀਂ, ਨੁਕਸ ਵਾਲਿਆਂ ਨੂੰ ਨੁਕਸ ਕੱਢਣ ਦਿਆ ਕਰੋ, ਕੋਈ ਇਹ 'ਚ ਮਾਈਂਡ ਕਰਨ ਵਾਲੀ ਗੱਲ ਨਹੀਂ ਗੀ। ਤੇ ਉਹ ਕਾਮਰੇਡ ਸਾਥੀ ਜਿਨ੍ਹਾਂ ਨਾਲ ਤੁਸੀਂ ਰਹੇ ਉਹ ਕਹਿੰਦੇ ਹੁੰਦੇ ਆ ਵਿਰੋਧ ਵਿੱਚ ਹੀ ਵਿਕਾਸ ਹੁੰਦਾ ਆ, ਜੇ ਵਿਰੋਧ ਨਹੀਂ ਕਰੋ ਤੇ ਵਿਕਾਸ ਰੁਕ ਜਾਂਦਾ ਆ। ਸੋ ਉਹ ਜਿਹੜਾ ਨੁਕਸ ਹੁੰਦੇ ਆ ਉਹਦੇ ਤੇ ਨਹੀਂ ਜਾਣਾ ਚਾਹੀਦਾ, ਉੱਤੇ ਉਹਨੂੰ ਗੰਭੀਰਤਾ ਨਾਲ ਵੈਸੇ ਲੈਣਾ ਚਾਹੀਦਾ, ਉਹਨੂੰ ਮਾਈਂਡ ਨਹੀਂ ਕਰਨਾ ਚਾਹੀਦਾ। ਚੱਠਾ ਸਾਹਿਬ ਪਹਿਲਾਂ ਤਾਂ ਇਹ ਦੱਸੋ, ਇਸ ਵਾਰ ਕਿਹੜੀਆਂ ਸ਼ਖਸੀਅਤਾਂ ਆਈਆਂ ਟੋਰਾਂਟੋ ਨੂੰ ਛੱਡ ਕੇ? ਬਾਹਰੋਂ ਕਿਹੜੇ ਮੁਲਕ ਚੋਂ ਗੈਸਟ ਆਏ ਤੇ ਕੌਣ ਆਏ? ਸਭ ਤੋਂ ਪਹਿਲਾਂ ਤਾਂ ਮੈਂ ਕਹਿ ਸਕਦਾ ਹਾਂ ਡਾਕਟਰ ਦਲਜੀਤ ਸਿੰਘ ਜੀ ਜੋ ਫਾਰਮਰ ਵਾਈਸ ਚਾਂਸਲਰ ਸਾਹਿਬ ਸੀ, ਉਹ ਆਏ ਹੈਗੇ ਆ। ਫਿਰ ਚਰਨਜੀਤ ਸਿੰਘ ਬਾਠ ਜਿਹਨਾਂ ਨੂੰ ਸੌਗੀ ਕਹਿੰਦੇ, ਕੈਲੀਫੋਰਨੀਆ ਤੋਂ ਆਏ ਆ। ਸਾਰ ਪਿਸ਼ੌਰਾ ਸਿੰਘ ਜੀ ਢਿੱਲੋਂ, ਉਹ ਕੈਲੀਫੋਰਨੀਆ ਤੋਂ ਆਏ। ਬਲਵਿੰਦਰ ਸਿੰਘ ਚੱਠਾ ਇੰਡੀਆ ਤੋਂ, ਪ੍ਰੋਫੈਸਰ ਪ੍ਰਵੀਨ ਕੁਮਾਰ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਗੁਰਪ੍ਰੀਤ ਕੌਰ ਜੀ। ਇੱਦਾਂ ਲਾ ਕੇ ਤਕਰੀਬ 50 ਕੁ ਬੰਦੇ ਜਿਹੜੇ ਹੈਗੇ ਬਾਹਰਲੇ ਦੇਸ਼ਾਂ ਤੋਂ, ਪਾਕਿਸਤਾਨ ਤੋਂ ਆਏ ਹੈਗੇ ਆ, ਦੁਬਈ ਤੋਂ ਆਏ ਹੈਗੇ ਆ, ਯੂਰਪ ਤੋਂ ਲਾ ਕੇ ਆਸਟ੍ਰੇਲੀਆ ਤੋਂ ਲੈ ਕੇ ਪਿਆਰਾ ਸਿੰਘ ਤੱਕ ਸਾਡੇ ਕੋਲ ਗਿਣ ਸਕਦੇ ਆ ਵੀ 60 ਦੇ ਲਾਗੇ ਕਰੀਬ ਐਕੀ ਬੰਦੇ ਸਾਡੇ ਕੋਲ ਪਹੁੰਚੇ ਆ ਜੀ। ਅੱਛਾ, ਮੈਂ ਤੁਹਾਡੇ ਕੋਲ ਨਾਲ ਲੱਗਦਾ ਇਹ ਵੀ ਪੁੱਛ ਲੈਣਾ ਕਿ 16 ਸਾਲ ਹੋ ਗਏ, ਹਰ 2 ਸਾਲਾਂ ਬਾਅਦ ਆਪਾਂ ਕਰਾਉਂਦੇ ਆ। ਮੇਰੇ ਖਿਆਲ ਕੋਵਿਡ ਦੇ ਦੌਰਾਨ ਇੱਕ ਵਾਰੀ ਥੋੜੀ ਜਿਹੀ ਦਿੱਕਤ ਆਈ ਹੋਊਗੀ, ਤੇ ਲਗਾਤਾਰ ਇਹ ਕੰਮ ਕਰਨ ਦੇ ਵਿੱਚ ਜਿੱਥੇ ਤੁਹਾਡਾ ਮਤਲਬ ਜੋਸ਼ ਜਜ਼ਬਾ ਬਰਕਰਾਰ ਹੈ, ਮੈਂ ਪੁੱਛਣਾ ਚਾਹੁੰਦਾ ਕਿ ਕਿਹੜੀ ਪ੍ਰਾਪਤੀ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਅਸੀਂ ਇਹ ਕੀਤੀ, ਜੇ ਅਸੀਂ ਨਾ ਕਰਦੇ ਤੇ ਉਤੋਂ ਵਾਂਝੇ ਰਹਿ ਜਾਂਦੇ? ਜਿਹੜੀ ਵੀ ਪ੍ਰਾਪਤੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੀਤੀ ਆ ਤੇ ਉਹ ਜ਼ਰੂਰ ਦੱਸੋ। ਮੇਰੇ ਗੁਰੂ ਜੀ ਕਹਿੰਦੇ ਹੁੰਦੇ ਹੈਗੇ ਆ, ਗੁਰੂ ਜੀ ਪਹਿਲਾਂ ਦੱਸ ਦੇਣਾ ਵੀ ਡਾਕਟਰ ਸੁਲੇਮਾਨ ਨਾਜ਼ ਸਾਹਿਬ ਵੀ ਆ ਮੇਰੇ, ਜਿਹਨਾਂ ਹਰੇਕ ਨੂੰ ਪੁੱਛ ਲਓ ਤਾਂ ਉਹਨਾਂ ਨੇ ਇਹਨਾਂ ਦਾ ਹੀ ਕਹਿਣਾ ਹੈਗਾ। ਸਭ ਤੋਂ ਪਹਿਲਾਂ ਵੱਡੀ ਗੱਲ ਆ ਵੀ ਇੱਕ ਸਾਹਿਤ ਚੰਗਾ ਲਿਖ ਹੁੰਦਾ। ਜਦੋਂ ਬਾਹਰਲੇ ਸਾਹਿਤਕਾਰ ਇਕੱਠੇ ਇੱਕ ਥਾਂ ਤੇ ਹੁੰਦੇ ਹੈਗੇ ਆ, ਉਹਨਾਂ ਦੇ ਵਿਚਾਰ ਜਿਹੜੇ ਵਧੀਆ ਹੁੰਦੇ ਆ, ਜਿਹਦੇ ਨਾਲ ਸਾਹਿਤ ਵਧੀਆ ਲਿਖ ਹੁੰਦਾ। ਨਹੀਂ ਤਾਂ ਪਹਿਲਾਂ ਇੰਡੀਆ ਬੰਦੇ ਬੈਠੇ ਉੱਦਾਂ ਹੀ ਲਿਖੀ ਜਾਂਦੇ ਸੀ ਕੈਨੇਡਾ ਬਾਰੇ ਜਾਂ ਇੰਗਲੈਂਡ ਬਾਰੇ। ਉਹਦੀ ਬਜਾਏ ਹਰਜਿੰਦਰ ਵਾਲੀਆ ਸਾਹਿਬ, ਪਾਸ਼ਾ ਜੀ ਤੇ ਮੌਦਗਿਲ ਵਰਗਿਆਂ ਨੇ ਜੋ ਯਾਤਰਾਵਾਂ ਸੈਰਾਵਾਂ ਬਾਰੇ ਲਿਖਿਆ, ਤੇ ਉਹਦੇ ਨਾਲ ਇੱਕ ਸਾਹਿਤ ਵਧੀਆ ਲਿਖ ਹੁੰਦਾ।
ਤੇ ਦੂਸਰਾ ਸਭ ਤੋਂ ਉਹਨਾਂ ਦੀ ਵੱਡਾ ਫਾਇਦਾ ਤੁਹਾਡੇ ਕਹਿਣ ਦਾ ਭਾਵ ਆ ਕਿ ਉਹਨਾਂ ਨੇ ਗਰਾਊਂਡ ਹਕੀਕਤ ਵੇਖੀ ਸਾਡੀ ਇੱਥੇ ਪ੍ਰਵਾਸੀਆਂ ਦੀ, ਤੇ ਉਹਨਾਂ ਦੀ ਰਚਨਾ ਦੇ ਵਿੱਚ ਨਿਖਾਰ ਆਇਆ ਜਾਣ ਤੋਂ ਬਾਅਦ। ਬਹੁਤ ਵੱਡਾ ਉਹਨਾਂ ਸੱਚ ਕਰਕੇ ਜਾਣੀਓ, ਉਹਦੀ ਲੇਖਣੀ ਪੜ੍ਹ ਕੇ ਮੈਨੂੰ ਕੈਨੇਡਾ ਬਾਰੇ ਜ਼ਿਆਦਾ ਪਤਾ ਲੱਗਾ। ਨਹੀਂ ਤਾਂ ਕਿਸੇ ਦੇ ਲਿਖਣੀ, ਇੰਡੀਆ ਬੰਦਾ ਬੈਠਾ ਕਦੇ ਇੱਥੇ ਆਇਆ ਹੀ ਨਹੀਂਗਾ, ਉਹ ਲਿਖੀ ਜਾਂਦਾ ਤਾਂ ਫਾਇਦਾ ਨਹੀਂ ਸੀ। ਸਾਹਿਤ ਵਧੀਆ ਲਿਖ ਹੁੰਦਾ। ਤੇ ਦੂਸਰੀ ਗੱਲ ਹੈਗੀ ਆ, ਜਿਹੜੇ ਸੰਬੰਧ ਵਧੀਆ ਬਣਦੇ ਆ ਪ੍ਰਬੰਧਕਾਂ ਦੇ ਸਾਹਿਤਕਾਰਾਂ ਨਾਲ, ਸਾਹਿਤਕਾਰਾਂ ਨਾਲ ਇੱਕ ਦੂਜੇ ਰਿਲੇਸ਼ਨ ਜਿਹੜੇ ਆ ਬਹੁਤ ਵਧੀਆ ਬਣਦੇ ਆ। ਤੇ ਜਿਹੜਾ ਬੰਦਾ ਸ਼ਾਮਲ ਹੁੰਦਾ ਉਹਦੀ ਆਪਦੀ ਪਰਸਨੈਲਿਟੀ ਦੇ ਵਿੱਚ ਫਰਕ ਪੈਂਦਾ। ਤੇ ਉਦੋਂ ਬਾਅਦ ਜਿਹੜੇ ਇੰਟਰਨੈਸ਼ਨਲ ਸਰਟੀਫਿਕੇਟ ਮਿਲਦਾ ਉਹਨਾਂ ਨੂੰ ਪਾਰਟਿਸਪੇਸ਼ਨ ਦਾ ਹੋਣ ਦਾ, ਉਹਨਾਂ ਨੂੰ ਉਹਦੇ ਨਾਲ ਉਹਨਾਂ ਦੀ ਪ੍ਰਮੋਸ਼ਨ ਦੇ ਵਿੱਚ ਫਾਇਦਾ ਹੁੰਦਾ ਹੈਗਾ ਵਾ। ਤੇ ਮੈਂ ਸਮਝਦਾ ਸੈਰ ਸਪਾਟਾ ਵੀ ਜਿਹੜਾ ਬੰਦਾ ਕੈਨੇਡਾ 'ਚ ਆ ਜਾਂਦਾ ਹੈਗਾ, ਸੈਰ ਸਪਾਟਾ ਤਾਂ ਕਰਦੇ ਹੀ ਹੈਗੇ ਆ। ਇਹ ਸਾਰੀਆਂ ਮੈਂ ਪ੍ਰਾਪਤੀਆਂ ਸਮਝਦਾ। ਵਧੀਆ ਸਾਹਿਤ ਲਿਖਣਾ, ਵਧੀਆ ਸੰਬੰਧ ਹੋਣੇ। ਜੇ ਅੱਜ ਦੇਖੋ ਤੇ ਮੈਂ ਜਦੋਂ ਵੀ ਵਾਈਸ ਚਾਂਸਲਰ ਸਾਹਿਬਾਨ ਮੈਨੂੰ ਪਹਿਲਾ ਨਾਂ ਲੈ ਕੇ ਬੁਲਾਉਂਦੇ ਆ, ਜੈਬ ਚੱਠਾ ਕਹਿ ਕੇ ਬੁਲਾਉਂਦੇ ਆ, ਤੇ ਮੈਨੂੰ ਤਾਂ ਚੰਗਾ ਲੱਗਦਾ ਹੀ ਆ ਨਾ ਜੀ। ਸਾਡੇ ਬਹੁਤ ਵਧੀਆ ਇਹਨਾਂ ਲੋਕਾਂ ਦੇ ਨਾਲ, ਚੰਗੇ ਬੰਦਿਆਂ ਨਾਲ ਸੰਬੰਧ ਬਣੇ ਆ। ਤੇ ਜੋ ਚੰਗੀਆਂ ਸੰਬੰਧ ਗੱਲਾਂ ਦੱਸਦੇ ਆ, ਉਹਨਾਂ ਨਾਲ ਤੁਹਾਡੀ ਆਪਦੀ ਜ਼ਿੰਦਗੀ ਵਿੱਚ ਨਿਖਾਰ ਵੀ ਆਉਂਦਾ। ਮੈਂ ਹਮੇਸ਼ਾ ਸ਼ੁਰੂ 'ਚ ਗੱਲ ਕਰਦਾ ਹੁੰਦਾ, ਪ੍ਰਗਟ ਸਿੰਘ ਗਰੇਵਾਲ ਸਾਹਿਬ ਨੇ ਮੈਨੂੰ ਪਹਿਲੇ ਦਿਨ ਹੀ ਕਿਹਾ ਸੀਗਾ, ਚੱਠਾ ਕੰਮ ਚੰਗਾ ਪਿੱਛੇ ਨਾ ਹਟੀ, ਬਹੁਤ ਸਾਰੇ ਬੰਦੇ ਤੇਰੇ ਨਾਲ ਰਲਣਗੇ, ਬਹੁਤ ਸਾਰੇ ਛੱਡ ਕੇ ਚਲੇ ਜਾਣਗੇ, ਤੂੰ ਆਪਣੇ ਹਿਸਾਬ ਨਾਲ ਲੱਗਾ ਰਹੀਂ ਤੇ ਤੂੰ ਵਾਕਈ ਆਪਣੇ ਸਾਰੀ ਜ਼ਿੰਦਗੀ 'ਚ ਖੁਸ਼ ਰਹੇਗਾ। ਤੇ ਉਹਨਾਂ ਦੀ ਗੱਲ ਮੈਨੂੰ ਅੱਜ ਤੱਕ ਕਦੇ ਨਹੀਂ ਭੁੱਲੀ। ਮੈਨੂੰ ਲੱਗਦਾ ਉਹਨਾਂ ਦੀ ਗੱਲ ਵਾਵਾ ਹੀ ਤੁਸੀਂ ਪੱਲੇ ਘੁੱਟ ਕੇ ਬੰਨ ਲਈ। ਉਹਨਾਂ ਕਿਹਾ ਸੀ ਬੱਸ 'ਚ ਸਵਾਰੀਆਂ ਚੜੀ ਜਾਂਦੀਆਂ, ਉਤਰੀ ਜਾਂਦੀਆਂ, ਸਟੀਅਰਿੰਗ ਤੇ ਬ੍ਰੇਕਾਂ ਆਪਣੇ ਕਬਜ਼ੇ 'ਚ ਰੱਖਣੀਆਂ, ਉਹ ਤੁਸੀਂ ਰੱਖੀਆਂ ਚੇਅਰਮੈਨ ਸਾਹਿਬ। ਉਹ ਮੈਂ ਦੱਸਿਆ ਰਿਹਾ, ਮੈਨੂੰ ਇਹ ਵੀ ਕਹਿੰਦੇ ਤੇਰੇ ਹੁੰਝਾਂ ਵੀ ਮਾਰਨਗੇ ਵੀ ਤੂੰ ਗੁੱਸੇ ਹੋ ਕੇ ਛੱਡ ਕੇ ਪਰੇ ਚੱਲ ਜਵੇ। ਉਹਨਾਂ ਨੇ ਮੈਨੂੰ ਇਹ ਕਿਹਾ ਸੀ, ਚੱਠਾ ਸਟੀਅਰਿੰਗ ਨਾ ਛੱਡੀ। ਇਸ ਕਰਕੇ ਮੈਂ ਸਟੀਅਰਿੰਗ ਫੜ ਕੇ ਰੱਖਿਆ। ਮੈਂ ਆਪਣਾ ਨਾਂ ਹੀ ਚੇਅਰਮੈਨ ਰੱਖ ਲਿਆ ਵੀ ਮੈਂ ਚੇਅਰਮੈਨ ਹੈਗਾ, ਮੇਰਾ ਨਾਂ ਚੇਅਰਮੈਨ ਤੁਸੀਂ ਬਦਲ ਨਹੀਂ ਸਕਦੇ, ਮੈਂ ਆਪਣੀ ਮਰਜ਼ੀ ਨਾਲ ਨਾਮ ਬਦਲੂਗਾ। ਇਹ ਡਾਕਟਰ ਨਾਜ਼ ਸਾਹਿਬ ਨੇ, ਇੱਕ ਨਾਜ਼ ਸਾਹਿਬ ਦੇ ਕੋਲੋਂ ਨਾ ਜੀ ਚੰਗੇ ਬੰਦਿਆਂ ਕੋਲ ਬਹਿੰਦੇ ਆ, ਚੰਗੀਆਂ ਗੱਲਾਂ ਸਿੱਖਦੇ ਹੋ। ਇੱਕ ਵਾਰੀ ਇੱਕ ਗਿੱਲ ਸਾਹਿਬ ਸੀਗੇ ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਨੌ ਨਿਹਾਲ ਸਿੰਘ ਜੀ ਹੁਣਾਂ ਤੇ। ਅੱਛਾ ਜੀ। ਤੇ ਉਹਨਾਂ ਨੇ ਮੈਨੂੰ ਵੀ ਸੱਦ ਲਿਆ, ਨਵਾਂ ਮੈਂ ਵੀ ਚੇਅਰਮੈਨ ਬਣਿਆ ਸੀਗਾ। ਮੈਂ ਗਿਆ ਜੀ ਤੇ ਮੈਂ ਨਾਜ਼ ਸਾਹਿਬ ਦੀਆਂ ਸਿਫਤਾਂ ਕਰਕੇ ਉਤਰ ਆਇਆ। ਤੇ ਉਸ ਤੋਂ ਬਾਅਦ ਨਾਜ਼ ਸਾਹਿਬ ਦੀ ਵਾਰੀ ਆ ਗਈ। ਉਹ ਕਹਿੰਦੇ ਵੀ ਮੈਨੂੰ ਬਾਕੀਆਂ ਤੇ ਗੁੱਸਾ ਘੱਟ ਆ, ਜਿਹੜਾ ਵੀ ਬੰਦਾ ਇੱਥੇ ਆਉਂਦਾ ਨਾ ਤਾਂ ਕਿਤਾਬ ਬਾਰੇ ਬੋਲਦਾ, ਨਾ ਲੇਖਕ ਬਾਰੇ ਬੋਲਦਾ, ਆਪਦੀਆਂ ਹੀ ਗੱਲਾਂ ਦੱਸੀ ਜਾਂਦਾ ਵੀ ਮੈਂ 5 ਕਿਤਾਬਾਂ ਲਿਖ ਚੁੱਕਾ, ਮੈਂ 20 ਕਿਤਾਬਾਂ ਲਿਖ ਚੁੱਕਾ, ਮੈਂ 18 ਕਿਤਾਬਾਂ ਲਿਖ ਚੁੱਕਾ, ਤੇ ਮੇਰੀਆਂ ਕਿਤਾਬਾਂ ਪੜ੍ਹ ਲੋਕ ਪਾਗਲ ਹੋਈ ਜਾਂਦੇ ਆ। ਉਹ ਕਹਿੰਦੇ ਮੈਨੂੰ ਬਾਕੀਆਂ ਤੇ ਗੁੱਸਾ ਘੱਟ ਆ, ਮੈਨੂੰ ਤਾਂ ਆਪਣੇ ਚੇਲੇ ਤੇ ਗੁੱਸਾ ਕਹਿੰਦਾ ਜ਼ਿਆਦਾ ਹੈਗਾ ਵਾ। ਨਾ ਤਾਂ ਕਹਿੰਦਾ ਵੀ ਇਹ ਕਿਤਾਬ ਬਾਰੇ ਬੋਲਿਆ, ਨਾ ਲੇਖਕ ਬਾਰੇ ਬੋਲਿਆ, ਨਾ ਮੈਂ ਚਾਹ ਦਾ ਜਿਹਨੇ ਇੰਤਜ਼ਾਮ ਕੀਤਾ, ਜਿਹਨੇ ਕਿਤਾਬ ਲਿਖੀ, ਕਹਿੰਦਾ ਉਹਦੇ ਬਾਰੇ ਕਿਉਂ ਨਹੀਂ ਬੋਲਿਆ। ਇਹ ਗੱਲ ਮੈਂ ਆਪਣੀ ਕਿਤਾਬ ਦੇ ਵਿੱਚ ਵੀ ਲਿਖੀ ਆ। ਉਸ ਦਿਨ ਤੋਂ ਲੈ ਕੇ ਅੱਜ ਤੱਕ ਤੁਸੀਂ ਕਦੇ ਕੋਈ ਫੰਕਸ਼ਨ ਦੇ ਲਓ, ਉਸ ਫੰਕਸ਼ਨ ਤੋਂ ਬਿਨਾਂ ਮੈਂ ਦੂਜੀ ਗੱਲ ਕਰ ਹੀ ਨਹੀਂ ਸਕਦਾ। ਮੈਂ ਨਾਜ਼ ਸਾਹਿਬ ਨੂੰ ਕਿਹਾ ਸੀਗਾ, ਪੈਰੀਂ ਹੱਥ ਲੈ ਕੇ ਕਿਹਾ ਸੀ, ਮੈਂ ਕਿਹਾ ਜੀ ਮੈਨੂੰ ਇਕੱਲੇ ਨੂੰ ਦੱਸ ਲੈਂਦੇ, ਮੇਰੀ ਬੇਇੱਜ਼ਤੀ ਕਿਉਂ ਕੀਤੀ ਆ। ਉਹ ਕਹਿੰਦੇ ਇਕੱਲੇ ਨੂੰ ਦੱਸਦੇ ਸ਼ਾਇਦ ਤੂੰ ਭੁੱਲ ਜਾਂਦਾ, ਜਿਹੜੀ ਤੇਰੀ ਲੋਕਾਂ ਸਾਹਮਣੇ ਤੇਰੀ ਬੇਇੱਜ਼ਤੀ ਕੀਤੀ ਨਾ, ਹੁਣ ਤੂੰ ਭੁੱਲੇਗਾ ਨਹੀਂ, ਸਭ ਕੀ ਪੱਕਾ ਲੈ ਲੇਗਾ। ਹੁਣ ਤੁਸੀਂ ਹਮੇਸ਼ਾ ਦੇਖੋ, ਮੈਂ ਕਦੇ ਕਿਸੇ ਫੰਕਸ਼ਨ ਤੇ ਗਏ ਨੇ ਆਪਦੀਆਂ ਸਿਫਤਾਂ ਨਹੀਂ ਕੀਤੀਆਂ। ਮੈਂ ਹਮੇਸ਼ਾ ਉਸ ਪ੍ਰੋਗਰਾਮ ਦੇ ਬਾਰੇ ਬੋਲੂੰਗਾ। ਇਹ ਮੇਰੇ ਗੁਰੂ ਜੀ ਦੀ ਮੈਨੂੰ ਸਿੱਖਿਆ ਦਿੱਤੀ ਹੈ। ਸਰ ਜੀ, ਬਾਕੀ ਲੋਕਾਂ ਕੋ ਕਰਾ ਲੈਂਦੇ ਹੋ ਨਾ ਤੁਸੀਂ ਆਪਣਾ ਖਾਣਾ ਪੂਰਾ। ਅੱਛਾ, ਬਾਕੀ ਗੱਲਾਂ ਆਪਣੀ ਥਾਂ। ਜਿਹੜੀ ਇੱਕ ਗੱਲ ਤੁਸੀਂ ਕਹੀ ਆ ਨਾ ਕਿ ਜਿਹੜਾ ਵੀ ਆਉਂਦਾ ਉਹ ਕਹਿੰਦਾ ਕਿ ਮੈਂ ਇੰਨੀਆਂ ਕਿਤਾਬਾਂ ਲਿਖਦੀਆਂ ਤੇ ਲੋਕੀ ਪੜ੍ਹ ਕੇ ਪਾਗਲ ਹੋ ਗਏ ਆ। ਤੇ ਉਹ ਪ੍ਰੋਫੈਸਰ ਮੋਹਨ ਸਿੰਘ ਨੂੰ ਤੁਸੀਂ ਯਾਦ ਕੀਤਾ, ਤੇ ਉਹਨਾਂ ਦੀ ਇੱਕ ਨਜ਼ਮ ਦੇ ਵਿੱਚ ਇੱਕ ਥਾਂ ਆਉਂਦਾ ਆ, ਪੜ੍ਹ ਕੇ ਪੁਸਤਕ ਢੇਰ ਕੁੜੇ, ਮੇਰਾ ਵਾਧਾ ਜਾਏ ਹਨੇਰ ਕੁੜੇ। ਯਾਦ ਹੋਣੀ ਤੁਹਾਨੂੰ, ਖਾਨਗਾਈ ਦੀਵਾ ਬਲਣ ਵਾਲੀ, ਮੈਨੂੰ ਬੜੀ ਪਿਆਰੀ ਕਵਿਤਾ ਲੱਗਦੀ ਆ ਉਹ। ਤੇ ਕਿਤਾਬਾਂ ਮੇਰੇ ਬਾਪੂ ਜੀ ਕਹਿੰਦੇ ਹੁੰਦੇ ਸੀਗੇ, ਤੇ ਜੇ ਗਧੇ ਦੇ ਉੱਤੇ ਵੀ ਪੂਰੀਆਂ ਕਿਤਾਬਾਂ ਦੀ ਛੱਟ ਲਾਦੇ ਹੋ ਤੇ ਆਲਮ ਫਾਜ਼ਲ ਨਹੀਂ ਬਣ ਜਾਂਦਾ। ਕਿਤਾਬਾਂ ਨੂੰ ਪੜ੍ਹਨਾ ਪੈਂਦਾ, ਕਿਤਾਬਾਂ ਨੂੰ ਵਿੱਚੋਂ ਬਰੀਕੀ 'ਚ ਘੋਖਣਾ ਪੈਂਦਾ ਵੀ ਇਹਦੇ 'ਚ ਹੈ ਕੀ। ਚੰਗਾ, ਉਦੋਂ ਮੈਂ ਤੁਹਾਡਾ ਚੰਗੇ ਪਾਸੇ ਲੱਗਿਓ। ਮੈਂ ਫੇਰ ਇੱਕ ਵਾਰੀ ਤੁਹਾਡੀ ਇਸ ਗੱਲ ਦੀ ਸਿਫਤ ਕਰਦਾ। ਡਾਕਟਰ ਸਾਹਿਬ ਨੂੰ ਮੌਕਾ ਦਿੰਦੇ, ਮੈਂ ਸਵਾਲ ਕਰਨੇ ਆ 3-4 ਹੋਰ ਤੁਹਾਨੂੰ ਥੋੜੇ ਜਿਹੇ ਸਖਤ ਜੇ, ਪਹਿਲਾਂ ਡਾਕਟਰ ਸਾਹਿਬ ਨੂੰ ਨਾਲ ਜੋੜ ਲਈਏ। ਨਹੀਂ, ਮੈਂ ਠੀਕ ਹੈ, ਤੁਹਾਡਾ ਡਿਸਕਸ਼ਨ ਤੁਹਾਡੀ ਬਹੁਤ ਸੋਹਣੀ। ਨਹੀਂ, ਤੁਹਾਡੀ ਪਾਰਟਿਸਪੇਸ਼ਨ ਵੀ ਤੇ ਹੋਵੇ ਨਾ ਨਾਲ। ਹਾਂ, ਤੁਸੀਂ ਇਹਨਾਂ ਨਾ ਹੋਵੇ ਕਿਤੇ ਮਗਰੋਂ ਆ ਕੇ ਮਾਸਟਰ ਸਟ੍ਰੋਕ ਤੁਸੀਂ ਮਾਰ ਦਿਓ, ਸਾਡੀਆਂ ਗੱਲਾਂ ਵਿੱਚ ਰਹਿ ਜਾਣ। ਨਹੀਂ, ਉਦਾਂ ਵੀ ਹੋਣ ਦਿੰਦੇ। ਉਹਦੀ ਪੋਜੀਸ਼ਨ ਇਹ ਆ ਕਿ ਮੈਂ ਇੱਕ ਗੱਲ 'ਚ ਬੜਾ ਸਖਤੀ ਨਾਲ ਖੜਾ। ਉਹ ਇਹ ਆ, ਇੱਕ ਤਾਂ ਇਹ ਕਿ ਕੋਈ ਵੀ ਕੰਮ ਜਿਹੜਾ ਅਸੀਂ ਕਰਦੇ ਹਾਂ, ਭਾਵੇਂ ਛੋਟਾ ਭਾਵੇਂ ਵੱਡਾ,
ਭਾਵੇਂ ਸਾਹਿਤਕ ਆ, ਭਾਵੇਂ ਪੋਲੀਟੀਕਲ ਆ, ਸੋਸ਼ਲ ਆ ਜਾਂ ਰਿਲੀਜੀਅਸ, ਜੇ ਉਹਦਾ ਇਹਨਾਂ ਦੇ ਆਪਣੇ ਐਡਵੋਕੇਟ ਹੋਈ ਸਾਡੇ ਨਾਲ ਹੈਗੇ ਆ, ਇਹਨਾਂ ਦੀ ਟਰਮ ਹੀ ਹੈ ਇੱਕ, ਇਹਨਾਂ ਦੀ ਇਹਨਾਂ ਦੀ ਲੀਗਲ ਟਰਮ ਹੈ, ਹਾਂਜੀ, ਉਹਨੂੰ ਕਹਿੰਦੇ ਲੀਗਲ ਟਰਮ, ਉਹਨੂੰ ਕਹਿੰਦੇ ਕਿ ਉਹਦਾ ਇੰਪੈਕਟ ਕੀ ਹੋਇਆ। ਹਾਂਜੀ ਹਾਂਜੀ, ਇੰਪੈਕਟ ਜਿਹੜਾ ਔਰ ਇੰਟੈਂਟ ਜਿਹੜੀ ਆ, ਈਵਨ ਜਿਹੜਾ ਮਰਡਰ ਆ ਉਹਨੂੰ ਜੱਜ ਪੁੱਛਦਾ ਵੀ ਤੇਰਾ ਅਸਲ ਦੇ ਵਿੱਚ ਇਰਾਦਾ ਕਤਲ ਕੀ ਸੀ, ਇੰਟੈਂਟ ਕੀ ਸੀ ਤੇਰਾ, ਕਰਨਾ ਕਿਉਂ ਚਾਹੁੰਦਾ ਸੀ, ਇੰਟੈਂਟ ਕੀ ਸੀ। ਜਿਹਦਾ ਉਹ ਜੇ ਉਸ ਇੰਟੈਂਟ 'ਚ ਉਹ ਕਹਿੰਦਾ ਕਿ ਮੇਰਾ ਕੋਈ ਕਤਲ ਕਰਨ ਦਾ ਇਰਾਦਾ ਨਹੀਂ ਸੀ, ਅਚਾਨਕ ਹੋ ਗਿਆ, ਤੇ ਜੱਜ ਲੀਨੀਅੰਟਲੀ ਉਹਨੂੰ ਡੀਲ ਕਰੇ। ਹੁਣ ਗੱਲ ਇਹ ਕਿ ਜੇ ਇਹਨਾਂ ਦੀ ਇੰਟੈਂਟ ਚੰਗੀ ਆ, ਔਰ ਮੈਂ ਸੋਚਦਾ ਕਿ ਜੇ ਇੰਨੇ 12-14 ਸਾਲ ਤੋਂ ਕੰਮ ਕਰ ਰਹੇ ਤੇ ਅਲਟੀਮੇਟ ਆਬਜੈਕਟਿਵ ਇਹਨਾਂ ਦੇ ਦਿਲ 'ਚ ਇਹ ਹੈਗਾ ਕਿ ਮੈਂ ਇਸ ਪੰਜਾਬੀ ਜ਼ੁਬਾਨ ਜਾਂ ਸਾਡੇ ਕਲਚਰ ਨੂੰ ਜੀਂਦੇ ਰੱਖਣਾ ਤੇ ਇਹਨੂੰ ਪ੍ਰਫੁੱਲਤ ਕਰਨਾ, ਤੇ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੇ। ਠੀਕ ਹੈ ਡਾਕਟਰ ਸਾਹਿਬ, ਕਿਵੇਂ ਹੁੰਦਾ ਉਹ ਅਲੱਗ ਗੱਲ ਹੈ, ਉਹ ਵੱਖਰੀ ਗੱਲ ਹੈ, ਉਹ ਤੁਸੀਂ ਆਪਣੇ ਸਵਾਲ ਕਰ। ਇੰਟੈਂਟ ਦਾ ਜਿਹੜਾ ਤੁਸੀਂ ਸ਼ਬਦ ਕਿਹਾ ਨਾ ਡਾਕਟਰ ਸਾਹਿਬ, ਜਦੋਂ ਦੋਸ਼ੀ ਨੂੰ ਪੁੱਛਿਆ ਜਾਂਦਾ ਤੁਹਾਡਾ ਇੰਟੈਂਟ ਕੀ, ਉਹ ਕਹਿੰਦਾ ਜੀ ਮਾਈ ਲਾਰਡ ਬਿਲਕੁਲ ਨਹੀਂ ਜੀ, ਮੈਂ ਤੇ ਇਦਾਂ ਕਰਨਾ ਨਹੀਂ ਚਾਹੁੰਦਾ। ਫਿਰ ਉਹ ਜਦੋਂ ਕਹਿੰਦਾ ਨਾ ਰਿਪੀਟਡ ਬਲੋ ਜਾਂ ਰਿਪੀਟਡ ਤੂੰ ਕੋਈ ਕੰਮ ਕਰਦਾ ਰਿਹਾ ਹੈ, ਤੇ ਫਿਰ ਤੇਰੀ ਇੰਟੈਂਟ ਸਾਬਤ ਹੋ ਗਈ। ਜੇ ਚਾਕੂ ਇੱਕ ਵਾਰੀ ਮਾਰਿਆ ਨਾ ਅਚਾਨਕ ਵੱਜ ਗਿਆ, ਜੇ 4-5 ਵਾਰ ਕੀਤੇ ਆ ਨਾ, ਤੇ ਫਿਰ ਇਹਦਾ ਮਤਲਬ ਫਿਰ ਇੰਟੈਂਟ ਤੇਰੀ ਕਹਿਣ ਦੀ ਲੋੜ ਨਹੀਂ, ਮੈਨੂੰ ਉੱਥੋਂ ਪਤਾ ਲੱਗ ਗਿਆ ਇੰਟੈਂਟ ਕੀ ਆ। ਤੇ ਇਹਨਾਂ ਨੇ ਹੁਣ ਕਾਫੀ 7-8 ਵਾਰ ਕਰ ਲਿਆ, ਇੰਟੈਂਟ ਤੇ ਕਲੀਅਰ ਹੀ ਆ, ਤੇ ਚਲੋ ਚੰਗੀ ਗੱਲ ਆ। ਕੁਛ ਨਾ ਕੁਛ ਜਿੱਦਾਂ ਇਹਨਾਂ ਦੱਸਿਆ ਚੱਠਾ ਸਾਹਿਬ ਨੇ, ਬੜੀ ਖੁਸ਼ੀ ਇਸ ਗੱਲ ਦੀ ਕਿ ਉਹਦਾ ਇੰਪੈਕਟ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਹੋਇਆ। ਚੱਠਾ ਸਾਹਿਬ, ਮੈਂ ਇਹ ਜਾਣਨਾ ਚਾਹੁੰਦਾ, ਜਿੱਦਾਂ ਦੀ ਤੁਹਾਡੀ ਨੇਚਰ ਆ, ਸਾਰਿਆਂ ਨੂੰ ਪਿਆਰ ਮੁਹੱਬਤ ਦੀ, ਤੇ ਇਹਨਾਂ ਤੁਸੀਂ ਜਿਹਨੂੰ ਵੀ ਨੇੜੇ ਲਾਉਂਦੇ ਹੋ, ਬਹੁਤ ਨੇੜੇ ਲਾਉਂਦੇ ਹੋ, ਫਿਰ ਕੀ ਵਜ੍ਹਾ ਹੋਈ ਕਿ ਗਿਆਨ ਸਿੰਘ ਕਾਂਗਰੀ ਅਲੱਗ ਹੋ ਗਏ, ਭੈਣ ਜੀ ਕਮਲਜੀਤ ਅਲੱਗ ਹੋ ਗਏ, ਡਾਕਟਰ ਦਰਸ਼ਨ ਸਿੰਘ ਨਾਲ ਸ਼ੁਰੂ ਕਰਾਇਆ ਸੀ ਸਾਰਾ ਕੁਝ, ਆਪਾਂ ਨੂੰ ਯਾਦ ਹੈ ਸ਼ੁਰੂਆਤੀ ਦੌਰ 'ਚ ਉਹਨਾਂ ਨੂੰ ਇਹ ਸਾਰੇ ਬੜਾ ਸਤਿਕਾਰ ਕਰਦੇ, ਬੜਾ ਅੱਛਾ ਨਾਂ ਸੀ, ਬੜੇ ਸੁਲਝੇ ਹੋਏ ਬੰਦੇ ਸੀ। ਮੈਂ ਹੈਰਾਨ ਹਾਂ ਉਹਨਾਂ ਤੋਂ, ਇੰਨੇ ਵੱਡੇ ਬੰਦੇ ਸੀ। ਮੇਰੇ ਵਰਗਾ ਵੀ ਕੋਈ ਸੱਜਣ ਉਹਨਾਂ ਕੋਲ ਜਾਂਦਾ ਸੀ ਤੇ ਉਹ ਕਹਿੰਦੇ ਬੈਠ ਯਾਰ ਮੈਂ ਚਾਹ ਮੈਂ ਲਿਆਉਣਾ, ਆਪਣੇ ਹੱਥੀਂ ਚਾਹ ਫੜਾਉਂਦੇ ਹੁੰਦੇ ਸੀ, ਤੇ ਮੈਨੂੰ ਬਹੁਤ ਹੀ ਚੰਗਾ ਲੱਗਦਾ ਸੀ। ਮੈਂ ਉਹਨਾਂ ਬਾਰੇ ਬਹੁਤ ਚੰਗਾ ਬੰਦਾ, ਲੋਕ ਬਹੁਤ ਕਹਿੰਦੇ ਹੁੰਦੇ ਹਰ ਇੱਕ ਬੰਦੇ ਨੂੰ, ਤੁਹਾਨੂੰ ਵੀ ਕਹਿੰਦੇ ਹੋਣਗੇ, ਮੈਨੂੰ ਵੀ, ਡਾਕਟਰ ਸਾਹਿਬ ਨੂੰ ਵੀ ਦੁਨੀਆ ਕਹੀ ਜਾਂਦੀ ਆ। ਪਰ ਵਜ੍ਹਾ ਕੀ ਬਣੀ ਕਿ ਭੈਣ ਜੀ ਕਮਲਜੀਤ ਸਾਡੇ ਨਾਲ ਨਾ ਨਿਭ ਸਕੇ, ਜਾਂ ਸਾਡੇ ਜਿਹੜੇ ਪਹਿਲੇ ਚੇਅਰਮੈਨ ਸੀ ਗਿਆਨ ਸਿੰਘ ਗਰੀ ਉਹ ਵੱਖਰੇ ਹੋ ਗਏ, ਕੀ ਕਾਰਨ ਕੀ ਬਣਿਆ? ਪਰਸਨਲ ਜਿਹਾ ਕੁਐਸਚਨ ਹੈ, ਮਾਈਂਡ ਨਾ ਕਰੋ, ਖੁੱਲ ਕੇ ਆਪਾਂ ਗੱਲਾਂ ਕਰ ਰਹੇ ਭਰਾ। ਵਧੀਆ ਕੁਐਸਚਨ ਹੁੰਦਾ ਜੇ ਗਿਆਨ ਸਿੰਘ ਕਾਂਗ ਨੂੰ ਪੁੱਛਿਆ ਜਾਂਦਾ ਤਾਂ, ਪਰ ਉਹ ਮੇਰਾ ਅੱਜ ਵੀ ਮਿੱਤਰ ਆ, ਉਹ ਪਹਿਲਾਂ ਨਹੀਂ ਉਹਨਾਂ ਨੂੰ ਪੁੱਛਾਂਗੇ, ਮਿਲਦੇ ਆ ਆਪਾਂ ਨੂੰ। ਮੈਨੂੰ ਐਰਕ ਵੀ ਪਾਕਿਸਤਾਨ ਮਿਲੇ ਸੀ, ਉਹ ਇਕੱਠੇ ਸੀਗੇ ਜਦੋਂ ਪਿਛਲੀ ਵਾਰ ਗਏ ਸੀ, ਤੇ ਮੈਨੂੰ ਖੁਸ਼ੀ ਇਸ ਗੱਲ ਦੀ। ਚਲੋ ਕੋਈ ਗੱਲ ਨਹੀਂ, ਅਜੇ ਵੀ ਤੁਹਾਡੀਆਂ ਮੈਂ ਦੇਖਦਾ ਆ ਹੁਣੇ ਤਸਵੀਰਾਂ ਤੁਸੀਂ ਪਾਈਆਂ ਸੀਗੀਆਂ, ਇੱਕ ਮੇਰੇ ਖਿਆਲ ਨਕੋਦਰ ਵਾਲੀ ਜਿਹੜੀ ਤੁਸੀਂ ਕਰਾਉਂਦੇ ਹੁੰਦੇ ਹੋ ਇੱਕ ਗੈਟ ਟੂਗੈਦਰ, ਉਹਦੇ ਵਿੱਚ ਕੰਗ ਸਾਹਿਬ ਨਾਲ ਹੀ ਸੀਗੇ, ਤੁਹਾਡੇ ਮਿੱਤਰ ਨੇ। ਪਰ ਵੱਖਰੇਵੇਂ ਕਿਉਂ, ਜਦੋਂ ਆਪਣਾ ਇੱਕ ਇਸ਼ੂ ਲੈ ਕੇ ਚੱਲੇ ਇਕੱਠੇ ਵੀ ਆਪਾਂ ਇਹ ਕੰਮ ਕਰ ਰਹੇ ਹਾਂ, ਪੰਜਾਬੀ ਸਾਹਿਤ ਲਈ ਕਰ ਰਹੇ ਹਾਂ, ਪੰਜਾਬੀਆਂ ਲਈ ਕਰ ਰਹੇ ਹਾਂ। ਮੈਂ ਤੁਹਾਨੂੰ ਤਾਂ ਹੀ ਕਿਹਾ ਸੀ ਮੈਂ ਥੋੜਾ ਜਿਹਾ ਔਖਾ ਸਵਾਲ ਪੁੱਛਣਾ ਆ, ਜਵਾਬ ਸੰਗਿਓ ਨਾ ਦੇ ਦਿਓ। ਪਹਿਲਾਂ ਸੀ ਨਾ ਜੀ, ਪਹਿਲਾਂ ਥੋੜਾ ਔਖਾ ਲੱਗਦਾ ਵੀ ਇਹ ਗਲਤ ਕੰਮ ਹੋਇਆ ਹੈਗਾ, ਤੇ ਹੁਣ ਮੈਨੂੰ ਲੱਗਦਾ ਵੀ ਇਹ ਸਹੀ ਕੰਮ ਹੋਇਆ। ਇਹ ਹੁਣ ਇੱਕ ਗੁਰਦੁਆਰੇ ਦੀ ਬਜਾਏ 2 ਜਾਂ 3 ਗੁਰਦੁਆਰੇ ਖੁੱਲ ਜਾਣ, ਤੇ ਹਰੇਕ ਥਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਵੇ, ਤੇ ਉਹਦਾ ਹੀ ਕੀਰਤਨ ਹੋਣਾ ਹੋਵੇ, ਤਾਂ ਨੁਕਸਾਨ ਨਹੀਂ ਹੁੰਦਾ ਕੋਈ। ਮੈਂ ਤਾਂ ਲੱਗਦਾ ਨਹੀਂ ਸਾਰਾ ਉਹਦੇ ਨਾਲ ਧਰਮ ਦਾ ਪ੍ਰਚਾਰ ਵੱਧ ਜਾਂਦਾ 2-4 ਗੁਰਦੁਆਰਿਆਂ ਨਾਲ। ਨਹੀਂ ਉਹਨੇ ਜ਼ਿਆਦਾ, ਜਿੰਨੀ ਜ਼ਿਆਦੀ ਜਗ੍ਹਾ ਹੋਊਗਾ ਉਹਦਾ ਨੁਕਸਾਨ ਨਹੀਂ ਹੁੰਦਾ ਕੋਈ। ਉਹਦੇ ਨਾਲ ਥੋੜ੍ਹੀਆਂ ਪ੍ਰਧਾਨਗੀਆਂ ਵੀ ਵੱਧ ਜਾਂਦੀਆਂ ਹੈਗੀਆਂ, ਕਿਸੇ ਹੋਰ ਬੰਦੇ ਨੂੰ ਪ੍ਰਧਾਨਗੀ ਕਰਨ ਦਾ ਮੌਕਾ ਮਿਲ ਜਾਂਦਾ। ਓ ਗੁੱਡ, ਆਹ ਗੱਲ ਤੁਹਾਡੀ ਠੀਕ ਆ, ਸਾਰੇ ਦੀ ਈਗੋ ਸ਼ਾਂਤ ਹੋ ਜਾਂਦੀ ਆ, ਤੇ ਨਾਲ ਦੀ ਨਾਲ ਕੰਮ ਜਿਹੜਾ ਇੱਕ ਜਣੇ ਕਰਨਾ, ਕੁਝ ਕੰਪੀਟੀਸ਼ਨ ਦੀ ਭਾਵਨਾ, ਪੋਜ਼ਿਟਿਵ ਕੰਪੀਟੀਸ਼ਨ ਹੋ ਜਾਂਦਾ, ਤੇ ਉਹਦੇ ਨਾਲ ਹੋਰ ਚੰਗਾ ਕੰਮ ਕਰਨ ਦੀ ਇੱਕ ਦੂਜੇ ਨੂੰ ਹੱਲਾਸ਼ੇਰੀ ਮਿਲਦੀ ਆ। ਕਿਉਂਕਿ ਐਕੀ ਵੀ ਅਸੀਂ ਗਿਆਨ ਸਿੰਘ ਕਾਂਗੜਾ ਨੇ ਐਕੀ ਉਹਨਾਂ ਕੁਦਰਤੀ ਬਿਮਾਰ ਹੋ ਗਏ ਨਹੀਂ ਆਇਆ, ਤਾਂ ਅਸੀਂ ਇਨਵਾਈਟ ਕੀਤਾ ਉਹਨਾਂ, ਭਾਈ ਸਾਡੀ ਕਾਨਫਰੰਸ 'ਚ ਆਓ ਤੁਸੀਂ, ਕਿਉਂਕਿ ਉਹਨਾਂ ਨੇ ਸ਼ੁਰੂ ਸਾਡੀ ਮਦਦ ਕੀਤੀ ਹੈਗੀ ਆ। ਘੱਟੋ ਘੱਟ ਉਹਨਾਂ ਬੰਦਿਆਂ ਨੇ 2009 ਤੋਂ ਲੈ ਕੇ ਸਾਰੀਆਂ ਕਾਨਫਰੰਸਾਂ ਦੇਖੀਆਂ ਤਾਂ ਹੈ ਨਾ। ਹਾਂਜੀ, ਸਾਡੀਆਂ ਕੈਨੇਡਾ ਵਾਲੀਆਂ ਕਾਨਫਰੰਸਾਂ ਤਾਂ ਇੰਨੀਆਂ ਕੁ ਪਾਪੂਲਰ ਹੋਈਆਂ, ਜਿਹਨੇ ਕਦੇ ਬੰਦੇ ਨੇ ਕੋਈ ਨਾਮ ਵੀ ਸੁਣਿਆ ਨਾ, ਉਹ ਵੀ ਕਹਿੰਦਾ ਜੋ ਮੈਂ ਕਰਾਈਆਂ ਸੀਗੀਆਂ। ਇਸ ਕਰਕੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਵੀ ਉਹ ਸਾਡੇ ਵਾਲੀਆਂ ਕਾਨਫਰੰਸਾਂ ਨੂੰ ਜੋ ਕਹਿੰਦੇ ਆ ਨਾ ਜੀ ਵੀ ਉਹ ਸਾਡੀਆਂ ਕਾਨਫਰੰਸਾਂ ਸੀਗੀਆਂ। ਜਦੋਂ ਉਹ ਆਪਣਾਤ ਦਿਖਾਉਂਦੇ ਆ ਸਾਨੂੰ ਕਾਨਫਰੰਸ, ਤੇ ਮੇਰਾ ਕੱਦ 2 ਫੁੱਟ ਉੱਚਾ ਵੱਧ ਜਾਂਦਾ। ਡਾਕਟਰ ਸਾਹਿਬ ਨੇ ਦੱਸਿਆ ਵੀ ਤੇਰਾ ਕੱਦ ਇਹ ਕਹਿ ਕੇ ਤੁਰਿਆ ਜਾ ਵੀ ਤੇਰਾ 10 ਫੁੱਟ ਕੱਦ ਹੋ ਚੁੱਕਾ ਹੋ। ਕੱਦ ਤੁਹਾਡਾ ਪ੍ਰਮਾਤਮਾ ਨੇ ਪਹਿਲਾਂ ਬੜਾ ਲੰਬਾ ਦਿੱਤਾ, ਹੋਰ ਕਿੰਨਾ ਕੁ ਲੰਬਾ ਚਾਹੀਦਾ? ਕੱਦ ਉਹ ਤਾਂ ਬਹੁਤ ਸੋਹਣਾ ਵਾ। ਅੱਛਾ, ਤੁਸੀਂ ਮੈਨੂੰ ਕੰਗ ਸਾਹਿਬ ਦਾ ਦੱਸਦਾ, ਭੈਣ ਜੀ ਕਮਲਜੀਤ ਬਾਰੇ ਵੀ ਥੋੜਾ ਜਿਹਾ ਦੱਸੋ। ਉਹ ਵੀ ਮੋਢੀ
ਅੱਜ ਵੀ ਨਾਲ ਆ। ਉਹ ਜਿੰਨੀਆਂ ਜਿਹੜਾ ਸ਼ੁਰੂਆਤ ਕਰਾਇਆ ਸੀ 2 ਕਾਨਫਰੰਸਾਂ ਤੇ ਉਹਨਾਂ ਦੇ ਵੇਲੇ ਹੋਈਆਂ। ਉਸ ਤੋਂ ਬਾਅਦ ਜਿਹੜੀਆਂ ਹੋਈਆਂ 2013 ਤੋਂ ਬਾਅਦ, ਉਹ ਜਿੰਨੇ ਵੀ ਅੱਜ ਤੱਕ ਫੰਕਸ਼ਨ ਹੋਏ ਹੈਗੇ ਆ, ਉਹ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਥੱਲੇ ਹੀ, ਉੱਥੇ ਥੱਲੇ ਰਜਿਸਟ੍ਰੇਸ਼ਨ ਦੇ ਥੱਲੇ, ਉਹਦੇ ਥੱਲੇ ਬੁਕਿੰਗ ਥੱਲੇ, ਸਾਰਾ ਹੀ ਉਹ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਥੱਲੇ ਹੀ ਹੋਏ ਹੈਗੇ ਆ। ਇਹ ਕੋਈ ਨਾਮ ਭੈਣ ਸਾਡੇ ਨਾਲ ਹੋ। ਚਲੋ ਜੀ, ਇਹ ਵੀ ਬੜੀ ਖੁਸ਼ੀ ਵਾਲੀ ਗੱਲ ਆ ਕਿ ਚਾਹੇ ਅਸੀਂ ਵੱਖਰੇ ਤੌਰ ਤੇ ਕੁਝ ਪਲੇਟਫਾਰਮ ਸਾਰ ਲਏ, ਪਰ ਸਾਡੇ ਰਿਸ਼ਤੇ ਜਿਹੜੇ ਆ ਉਸੇ ਤਰ੍ਹਾਂ ਹੀ ਬਣੇ ਹੋਏ ਆ। ਇਹ ਬੜੀ ਵੱਡੀ ਗੱਲ ਆ, ਔਰ ਇਸ ਚੀਜ਼ ਦੀ ਵੀ ਮੈਂ ਬਹੁਤ ਜ਼ਿਆਦਾ ਤੁਹਾਡੀ ਸਲਾਹਨਾ ਕਰਦਾ ਆ ਕਿ ਤੁਸੀਂ ਸਭ ਨੂੰ ਨਾਲ ਲੈ ਕੇ ਚੱਲਣ ਦਾ ਮਾਦਾ ਰੱਖਦੇ ਹੋ ਤੇ ਇਹਨਾਂ ਚੀਜ਼ਾਂ ਤੋਂ ਨਾਰਾਜ਼ਗੀਆਂ ਪੈਦਾ ਨਹੀਂ ਕਰਦੇ, ਜਿੱਤੇ ਅਕਸਰ ਹੋ ਜਾਇਆ ਕਰਦੀਆਂ। ਚਲੋ ਈਗੋ ਆਪੋ ਆਪਣੀਆਂ ਸ਼ਾਂਤ ਸਾਰਿਆਂ ਦੀ ਹੁੰਦੀ ਰਹੇ, ਸਭ ਨੂੰ ਪ੍ਰਧਾਨਗੀਆਂ ਮਿਲਣ, ਵਧੀਆ ਚੰਗੀ ਗੱਲ ਹੈ ਇਹ ਵੀ। ਅੱਛਾ, ਲਾਈਟ ਮੂਡ 'ਚ ਇੱਕ ਹੋਰ ਚੀਜ਼ ਮੈਂ ਤੁਹਾਨੂੰ ਪੁੱਛਣਾ, ਇੱਕ ਅਖੀਰਲਾ ਸਵਾਲ ਹੀ ਮੈਂ ਔਖਾ ਜਿਹਾ ਪੁੱਛਣਾ, ਫਿਰ ਆਪਾਂ ਗੱਲਾਂ ਹਾਸੇ ਮਜ਼ਾਕ ਵਾਲੀਆਂ ਕਰਾਂਗੇ। ਉਹ ਇਹ ਆ ਕਿ ਲੋਕ ਇਹ ਕਹਿੰਦੇ ਆ ਕਿ ਜਿਹੜੇ ਲੋਕ ਕਰਾਉਂਦੇ ਆ ਇਹਨਾਂ 'ਚ ਸਾਹਿਤਕਾਰ ਕੋਈ ਵੀ ਨਹੀਂ, ਸਾਹਿਤ ਬਾਰੇ ਇਹਨਾਂ ਨੂੰ ਕੋਈ ਸਮਝ ਨਹੀਂ, ਬਿਜ਼ਨਸਮੈਨ ਸਾਰੇ ਬੰਦੇ ਆ ਇਹ, ਤੇ ਪੈਸੇ ਜੇ ਇਕੱਠੇ ਕਰਕੇ ਤੇ ਡਰਾਮਾ ਜਿਹਾ ਰਚ ਲੈਂਦੇ ਆ। ਤੇ ਇਹਨਾਂ ਦੇ ਚੋਂ ਆਪ ਤੇ ਸਾਹਿਤਕਾਰ ਕੋਈ ਵੀ ਨਹੀਂ ਆ, ਨਾਮੀ ਸਾਹਿਤਕਾਰ ਜਾਂ ਕੋਈ ਮਤਲਬ ਮਾੜਾ ਮੋਟਾ ਵੀ। ਤੁਸੀਂ ਮੈਨੂੰ ਪਤਾ ਕਿਤਾਬਾਂ ਮੁੜ ਕੇ ਲਿਖੀਆਂ, ਇੱਕ ਸਵਾਲ ਹੋਰ ਆ ਗਿਆ ਮੈਨੂੰ ਚੇਤਾ, ਉਹ ਵੀ ਪੁੱਛੂੰਗਾ ਬਾਅਦ ਚ। ਮੇਰੇ ਨਾਂ ਤੇ 18 ਕਿਤਾਬਾਂ ਇਸ ਵੇਲੇ ਹੋ ਚੁੱਕੀਆਂ, ਜਾਂ 18 ਕਿਤਾਬਾਂ ਮੇਰੇ ਨਾਂ ਥੱਲੇ ਲਿਖੀਆਂ ਗਈਆਂ। ਠੀਕ ਹੈ ਜੀ। ਉਹਨਾਂ ਵਿੱਚ ਨਵਾਂ ਇੱਕ ਨੈਤਿਕਤਾ ਦਾ ਸਬਜੈਕਟ, ਜਿਹੜਾ ਕਦੀ ਕਿਸੇ ਬੰਦੇ ਨੇ ਸੋਚਿਆ ਵੀ ਨਹੀਂ ਸੀਗਾ ਵੀ ਇਹ ਸਬਜੈਕਟ ਵੀ ਬਣ ਸਕਦਾ ਹੈਗਾ ਵਾ, ਉਹ ਲਾ ਕੇ 50,000 ਕਿਤਾਬ ਉਹ ਬੱਚਿਆਂ ਦੇ ਕੋਲ ਗਈ ਆ, ਉਹਨਾਂ ਨੇ ਪੜ੍ਹੀ ਆ। ਜਿਹੜੇ ਸਾਹਿਤਕਾਰ ਦੀ ਗੱਲ ਕਰਦੇ ਹੋ, ਮੈਨੂੰ ਨਹੀਂ ਪਤਾ ਕਿਸੇ ਦੀ 150 ਕਿਤਾਬ ਕਿਹਦੀ ਛਪੀ ਆ, ਕਦੀ ਕਿਹਦੀ ਵਿਕੀ ਆ ਕਿ ਨਹੀਂ ਵਿਕੀ। ਮੈਂ ਇਹ ਕਹਿਦਾ ਵੀ ਸਾਡੀ 50,000 ਕਿਤਾਬ ਇੱਕ ਨੈਤਿਕਤਾ ਦੀ ਬਣਨੀ, ਤੇ ਜਿਹੜੀ ਛਪਣੀ ਉਸ ਤੋਂ ਬਾਅਦ ਇਸੇ ਹੀ, ਇਹ ਗੱਲ ਪੱਕੀ ਗੱਲ ਆ ਵੀ ਅਸੀਂ ਸਾਹਿਤਕਾਰ ਨਹੀਂਗੇ, ਸਾਰੇ ਬਿਜ਼ਨਸਮੈਨ ਹੈਗੇ ਆ। ਇਹ ਕਦੀ ਸਾਹਿਤਕਾਰ ਕਹਿੰਦੇ ਇੱਕ ਦੂਜੇ ਦੀ ਕੋਈ ਸਿਫਤ ਨਹੀਂ ਕਰ ਸਕਦਾ, ਤੇ ਅਸੀਂ ਸਾਰਿਆਂ ਦੀਆਂ ਸਿਫਤਾਂ ਵੀ ਕਰਦੇ ਹੈਗੇ ਆ, ਆਇਆ ਗਿਆ ਨੂੰ ਸਾਂਭਦੇ ਵੀ ਹੈਗੇ ਆ। ਉਸ ਤੋਂ ਬਾਅਦ ਕਿਤਾਬਾਂ ਬਣੀਆਂ, ਸਬਜੈਕਟ ਵੀ ਤਿਆਰ ਕਰਾਇਆ ਗਿਆ। ਹੁਣ ਇੱਕ ਕਾਇਦਾ ਹੈ ਨੂਰ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ, ਹਜੇ ਤੱਕ ਇਹ ਵੀ ਨਹੀਂ ਪਤਾ ਕਦੇ ਕਾਇਦਾ ਹੁੰਦਾ ਸੀ ਕਿ ਨਹੀਂ ਹੁੰਦਾ ਸੀਗਾ। ਸਾਡੇ ਗੁਰੂ ਸਾਹਿਬ ਸਾਡੇ ਤੋਂ ਉਲਟ ਵੀ ਕਈ ਵਾਰੀ ਕਹਿ ਦਿੰਦੇ। ਹਾਂ, ਮੈਂ ਕਹਿਣ ਹੀ ਲੱਗਾ ਸੀ ਤੁਹਾਡੇ ਗੁਰੂ ਜੀ ਵੀ ਇਸ ਗੱਲ ਦੇ ਬੜੇ ਕ੍ਰਿਟਿਕ ਨੇ, ਮੈਂ ਉਹਨਾਂ ਨੂੰ ਪੁੱਛਣਾ ਸੀ ਸਵਾਲ ਕਾਇਦਾ ਨੂਰ ਬਾਰੇ। ਮੈਂ ਪਹਿਲਾਂ ਮੈਂ ਦੱਸ ਦੇਣਾ, ਮੁੜ ਕੇ ਉਹਨਾਂ ਨੇ ਕਹਿਣਾ ਹੀ ਆ ਵੀ ਕਦੀ ਹੁੰਦਾ ਨਹੀਂ ਸੀਗਾ। ਅਸੀਂ ਆਪ, ਕਿਉਂਕਿ ਉਹਦੀ ਕਾਪੀ ਸਾਨੂੰ ਅੱਜ ਤੱਕ ਨਹੀਂ ਮਿਲੀ। ਜਿਹੜਾ ਲੇਟਨਰ ਨੇ ਕਿਤਾਬਾਂ 'ਚ ਉਹਦਾ ਰੈਫਰੈਂਸ ਜ਼ਰੂਰ ਦਿੱਤਾ ਹੁੰਦਾ ਵੀ ਇਹੋ ਜਿਹਾ ਸਿਸਟਮ ਉੱਥੇ ਸੀਗਾ। ਬਹੁਤ ਸਾਰੀਆਂ ਮੁਸਲਮਾਨ ਜਿਹੜੇ ਵਿਦਵਾਨ ਹੈਗੇ ਆ, ਉਹਨਾਂ ਦੀਆਂ ਵੀਡੀਓਜ਼ ਹੈਗੀਆਂ, ਮੈਂ ਤੁਹਾਨੂੰ ਭੇਜ ਵੀ ਦਊਂਗਾ, ਤੁਸੀਂ ਦੇਖ ਵੀ ਲਈਓ ਵੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਹਨਾਂ ਨੇ ਕਾਇਦਾ ਬਣਾ ਕੇ ਲੋਕਾਂ ਨੂੰ ਉਹਨਾਂ ਨੇ ਪੜ੍ਹਾ ਲਿਆ ਸੀਗਾ। ਉਦੋਂ ਬਾਅਦ ਅੰਗਰੇਜ਼ਾਂ ਦੇ ਆਉਣ ਦਾ ਵੱਖ-ਵੱਖ ਰਾਏ ਹੈਗੀ, ਅੰਗਰੇਜ਼ੀ ਪੜ੍ਹਾਉਣੀ ਸੀ ਤਾਂ ਖਤਮ ਹੋ ਗਿਆ ਕਿਉਂਕਿ ਫਾਰਸੀ ਬਾਰੇ ਸੀਗਾ। ਅਸੀਂ ਉਹਦੇ ਨਾਲ, ਉਹ ਸੀਗਾ ਜਾਂ ਨਹੀਂ ਸੀਗਾ, ਇੰਨੇ ਸਿੰਪਲ ਢੰਗ ਦੇ ਨਾਲ ਇਸ ਵੇਲੇ ਹੁਣ ਦੇ ਟਾਈਮ ਹਰੇਕ ਪੰਜਾਬੀ ਵਿੱਚੋਂ 50% ਨੂੰ ਊੜੇ ਐੜੇ ਦੇ 35 ਅੱਖਰ ਆਉਂਦੇ ਆ, ਤੇ 50% ਨੂੰ 10 ਗੁਰੂ ਸਾਹਿਬਾਨ ਦੇ ਨਾਂ ਆਉਂਦੇ ਆ। ਇਹਨੂੰ ਕੋਈ ਮੰਨੇ ਜਾਂ ਨਾ ਮੰਨੇ, ਪਰ ਅਸੀਂ ਇਹ ਗੱਲ ਤਹਈਆ ਕੀਤਾ ਹੋਇਆ, ਅਗਲੇ 2 ਸਾਲ ਦੇ ਵਿੱਚ ਹਰੇਕ ਪੰਜਾਬੀ ਨੂੰ 35 ਅੱਖਰ ਵੀ ਸਿਖਾਉਣੇ ਆ ਤੇ 10 ਗੁਰੂ ਸਾਹਿਬਾਨ ਦੇ ਨਾਂ ਵੀ ਸਿਖਾਉਣੇ ਆ। ਇਹ ਸਿਖਾਉਣ ਦਾ ਢੰਗ ਜੇ ਮੈਂ ਅਚਾਨਕ ਕਿਸੇ ਨੂੰ ਪੁੱਛ ਲਵਾਂ ਤੇ ਉਹ ਹੋ ਸਕਦਾ ਨਾ ਸੁਣਾ ਸਕੇ, ਤੇ ਜੇ ਮੈਂ ਇਹ ਗੱਲ ਇਹ ਕਹਿ ਦਵਾਂ ਗਿੱਲ ਸਾਹਿਬ ਮੈਂ ਤੁਹਾਡੇ ਕੋਲ ਕੱਲ ਨੂੰ 35 ਅੱਖਰ ਵੀ ਸੁਣਨੇ ਤੇ 10 ਗੁਰੂ ਸਾਹਿਬਾਨ ਦੇ ਨਾਂ ਵੀ ਸੁਣਨੇ ਆ, ਇਹਦਾ ਰਿਜ਼ਲਟ 100% ਆ। ਅਸੀਂ ਇਹ ਪੋਜ਼ਿਟਿਵ ਸੋਚਿਆ ਆ, ਹਰੇਕ ਨੂੰ ਕਹਿਤਾ ਵੀ ਕੱਲ ਨੂੰ ਤੁਹਾਡਾ ਟੈਸਟ ਲੈਣਾ ਅਸੀਂ ਤੁਹਾਡੇ ਕੋਲ 35 ਅੱਖਰ ਵੀ ਸੁਣਾਂਗੇ ਤੇ 10 ਗੁਰੂ ਸਾਹਿਬਾਨ ਦੇ ਨਾਮ ਵੀ ਸੁਣਨਗੇ, ਰਿਜ਼ਲਟ ਸਾਡਾ 100% ਆਊਗਾ। ਇਹਦੇ ਲਈ SGPC ਦੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਤਾਂ ਕਿ ਹਰੇਕ ਟੀਚਰ ਨੂੰ, ਹਰੇਕ ਸਟੂਡੈਂਟ ਨੂੰ ਅਸੀਂ ਇਹ ਪੰਜਾਬੀ ਸਿਖਾ ਸਕੀਏ। ਪੰਜਾਬੀ ਹੇਠਾਂ ਲਿਖਣ ਉੱਪਰ ਲਿਖਣ ਨਾਲ ਨਹੀਂ ਬਚਣੀ, ਸਾਨੂੰ ਪੰਜਾਬੀ ਆਉਣ ਨਾਲ ਬਚਣੀ ਹੈਗੀ ਆ। ਇਹ ਸਾਡੀ ਕੋਸ਼ਿਸ਼ ਹੈਗੀ, ਅਗਲੀ ਨੈਕਸਟ ਕੋਸ਼ਿਸ਼ ਹੈ। ਡਾਕਟਰ ਸਾਹਿਬ ਨੂੰ ਜੋੜਦੇ। ਡਾਕਟਰ ਸਾਹਿਬ, ਮੌਜੂਦਾ ਦੌਰ ਦੇ ਵਿੱਚ ਜਦੋਂ ਕੰਪਿਊਟਰ ਦਾ ਯੁੱਗ ਹੈ, ਵੱਖ-ਵੱਖ ਭਾਸ਼ਾਵਾਂ ਦੇ ਕਈ ਬਣ ਗਏ ਨੇ ਆਪਣੇ ਉਹ ਫੌਂਟ। ਪੰਜਾਬੀ ਦੇ ਤੇ ਹੁਣ 100-150 ਤੁਰਿਆ ਫਿਰਦਾ। ਹਰ ਇੱਕ ਉਹ ਜਿਹੜੀ ਗੱਲ ਚੱਠਾ ਸਾਹਿਬ ਕਹਿ ਰਹੇ ਆ ਕਿ ਲੇਖਕ ਆਪਣੇ ਆਪ ਨੂੰ ਵੱਡਾ ਦੱਸਦੇ ਆ, ਇਸੇ ਤਰ੍ਹਾਂ ਹੀ ਕੰਪਿਊਟਰ ਸਾਇੰਸ ਦੇ ਵਿੱਚ ਵੀ ਜਿਹੜੇ ਲੋਕ ਪੰਜਾਬੀ ਗੁਰਮੁਖੀ ਦੇ ਫੌਂਟ ਬਣਾਉਣ ਵਾਲੇ ਆ, ਉਹ ਕਹਿੰਦੇ ਕਿ ਮੇਰਾ ਸਭ ਤੋਂ ਵਧੀਆ ਆ। ਤੇ ਇੰਨੇ ਕੁ ਫੌਂਟ ਹੋ ਗਿਆ ਕਿ ਕਨਫਿਊਜ਼ਨ ਇਹ ਹੁੰਦਾ ਜਦੋਂ ਕੋਈ ਇੱਕ ਬੰਦਾ ਟਾਈਪ ਕਰਕੇ ਦੂਜੇ ਨੂੰ ਭੇਜਦਾ, ਦੂਜੇ ਕੋਲ ਖੁੱਲਦਾ ਹੀ ਨਹੀਂ। ਤੁਸੀਂ ਕੀ ਸਮਝਦੇ ਹੋ ਕਿ ਅੱਜ ਦੇ ਇਸ ਕੰਪਿਊਟਰ ਯੁੱਗ ਵਿੱਚ, ਟੈਕਨੋਲੋਜੀ ਦੇ ਯੁੱਗ ਵਿੱਚ ਕਾਇਦਾ ਨੂਰ ਦੀ ਮਹੱਤਤਾ ਹੈ? ਊੜਾ ਆੜਾ ਸਿੱਖਣਾ ਕਿੰਨਾ ਕੁ ਜ਼ਰੂਰੀ ਆ, ਤੇ ਇਕੱਲੇ ਗੁਰੂਆਂ ਦੇ ਨਾਂ ਸਿੱਖ ਕੇ ਪੰਜਾਬੀ ਨੂੰ ਜਾਣਿਆ ਜਾ ਸਕਦਾ? ਬੜਾ ਸਿੰਪਲ ਜਿਹਾ ਕੁਐਸਚਨ ਹੈ, ਪਰ ਬੜਾ ਗਹਿਰਾ ਵੀ ਆ।
ਪਹਿਲੀ ਚੀਜ਼ ਤਾਂ ਮੈਂ ਇਹ ਕਹੂੰਗਾ ਕਿ ਜਿਹੜਾ ਕਾਇਦਾ ਨੂਰ ਦਾ ਕਨਸੈਪਟ ਆ, ਅਸਲ 'ਚ ਬੇਸਿਕ ਗੱਲ ਚੱਠਾ ਸਾਹਿਬ ਦੇ ਦਿਮਾਗ 'ਚ ਤਾਂ ਇਹ ਆ ਵੀ ਮੁੱਢਲੇ ਨਿਯਮਾਂ ਤੋਂ ਸ਼ੁਰੂ ਕਰਕੇ ਪੰਜਾਬੀ ਸਿਖਾਈ ਜਾਏ। ਮਿਸਾਲ ਦੇ ਤੌਰ 'ਤੇ ਜੇ ਇੱਕ ਬੰਦੇ ਨੂੰ ਊੜਾ ਐੜਾ ਇਹਦਾ ਨਹੀਂ ਪਤਾ, ਬੇਸਿਕ ਦਾ ਹੀ ਨਹੀਂ ਪਤਾ, ਤਾਂ ਉਹ ਇੱਕ ਭਾਸ਼ਾ ਨੂੰ ਜਾਣੂਗਾ ਕਿਵੇਂ? ਤਾਂ ਇਹ ਇੱਕ ਬੜਾ ਵੱਡਾ ਉਪਰਾਲਾ ਮੈਂ ਕਹੂੰਗਾ ਇਸ ਕੋਲ। ਇਸੇ ਤਰ੍ਹਾਂ ਹੀ ਜੇ ਹੁਣ ਜਿੱਦਾਂ ਇਹਨਾਂ ਨੇ ਗੱਲ ਕੀਤੀ ਕਿ ਜਿਹੜੇ ਗੁਰੂ ਸਾਹਿਬਾਨ ਹੈ, ਗੁਰੂ ਸਾਹਿਬਾਨ ਦਾ ਇੱਕ ਘਰ ਦੇ ਵਿੱਚ ਜੇ ਇਹ ਹੀ ਨਹੀਂ ਪਤਾ ਕਿਸੇ ਨੂੰ ਕਿ ਉਹਨਾਂ ਦੇ ਨਾਂ ਕਿਹੜੇ ਕਿਹੜੇ ਸੀ, ਤਾਂ ਗਾਂ ਉਹਨਾਂ ਨੇ ਕੀ ਕਰਨਾ? ਅਸਲ 'ਚ ਪਹਿਲਾ ਸਟੈਪ ਤਾਂ ਉਹ ਪਹਿਲਾ ਸਟੈਪ ਹੀ ਹੁੰਦਾ ਨਾ। ਜੇ ਪਹਿਲਾ ਸਟੈਪ ਹੀ ਨਹੀਂ ਜੇ ਕੋਈ ਜਾਣਦਾ ਤਾਂ ਉਹ ਅੱਗੇ ਗਾਂ ਦੌੜ ਕਿਵੇਂ ਸਕਦਾ, ਚੱਲ ਕਿਵੇਂ ਸਕਦਾ? ਤੁਹਾਡਾ ਮਤਲਬ ਇਹਨਾਂ ਜੜ ਤੋਂ ਫੜਿਆ ਮੁੱਦੇ ਨੂੰ? ਇਹਨਾਂ ਨੇ ਜੜ ਨੱਪ ਲਈ ਆ ਤੇ ਮੈਂ ਉਹ ਜੜ ਦੇ ਨਾਲ ਆ ਇਹਨਾਂ ਦੀ ਇਸ ਗੱਲ ਦੇ ਵਿੱਚ। ਰਹੀ ਗੱਲ ਇਹ ਕਿ ਉਹ ਕਿੱਥੋਂ ਤਾਈਂ ਉਹਨੂੰ ਅਸੀਂ ਚਲਾ ਸਕਦੇ, ਉਹ ਜਿਹੜੀ ਨਾਲ ਤੁਸੀਂ ਗੱਲ ਕੀਤੀ ਕਿ ਅੱਜ ਦੇ ਵਕਤ 'ਚ ਇਹ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਮਤਲਬ ਵਰਚੁਅਲ ਕਾਇਦਾ ਜਿਹੜਾ ਊੜਾ ਐੜਾ ਜਿੱਤੇ ਜਿਹੜੇ ਸਾਡੇ ਫਾਦਰ ਸਾਹਿਬ ਉਹਨਾਂ ਨੇ, ਉਹ ਸਾਹਿਬ ਸਿੰਘ ਹੁਰੀ ਇਹ ਉਦੋਂ ਇੰਸਪੈਕਟਰ ਸਕੂਲ ਸੀ, ਉਹ ਫਾਰਮੂਲੇਟ ਕੀਤਾ। ਪਰ ਅੱਜ ਦੇ ਯੁੱਗ 'ਚ ਜਿੱਥੇ ਤੁਸੀਂ ਤੇ ਮੈਂ ਤੇ ਆਪਣੀ ਔਲਾਦ ਬੈਠੇ ਚੱਠਾ ਸਾਹਿਬ, ਉਹ ਕਹਿੰਦੇ ਅਸੀਂ ਕਾਇਦੇ ਨੂੰ ਹੈ ਨੂੰ ਰਹਿਣ ਦਿਓ, ਅਸੀਂ ਊੜਾ ਐੜਾ ਜਿਹੜਾ ਹੈਗਾ ਉਹ ਕੰਪਿਊਟਰ ਤੇ ਹੀ ਦੇਖ ਲਾਂਗੇ। ਮਿਸਾਲ ਦੇ ਤੌਰ 'ਤੇ ਅੱਜ ਟੈਕਨੋਲੋਜੀ ਇੰਨੀ ਵੱਧ ਗਈ ਆ ਕਿ ਜਿਹਦਾ ਕੋਈ ਬੇਇੰਤਹਾ, ਜਿਹਦਾ ਕੋਈ ਅੰਤ ਤੇ ਹੈ ਹੀ ਨਹੀਂ। ਦੂਜੀ ਰਹਿ ਗਈ ਗੱਲ ਇਹ ਕਿ ਹੁਣ 300 ਸਦੀਆਂ ਹੋ ਚੁੱਕੀਆਂ ਗੁਰੂ ਸਾਹਿਬਾਨ ਦੇ ਪੈਦਾ ਹੋਣ ਤੇ ਇਸ ਜ਼ਬਾਨ ਦਾ ਵਧਨ ਪ੍ਰਫੁੱਲਤ ਹੋਣ ਤੇ। ਉਹਦੇ ਵਿੱਚ ਲੋੜ ਇਸ ਗੱਲ ਦੀ ਆ ਕਿ ਅਸੀਂ ਹੁਣ ਊੜੇ ਐੜੇ ਤੋਂ ਉੱਠ ਕੇ, ਮੈਂ ਫਰੈਂਕਲੀ ਕਹਾਂਗਾ ਊੜੇ ਐੜੇ ਤੋਂ ਲੋਕੇ ਉੱਠ ਕੇ ਊੜਾ ਐੜਾ ਡਾਕਟਰਿਨਸ ਆਫ ਗॉड ਜਿਹੜੇ ਗੁਰੂਆਂ ਨੇ ਲਿਖੇ ਉਹਦੀ ਗੱਲ ਆ, ਮੈਂ ਉਹਨੂੰ ਵੀ ਇਹੋ ਕਹਾਂਗਾ। ਉਹ ਤੋਂ ਉੱਠ ਕੇ ਅੱਜ ਜਿਹੜੇ ਉਹਨਾਂ ਨੇ ਡਾਕਟਰਿਨਸ ਜਾਂ ਉਹ ਸਿਧਾਂਤ ਜਿਹੜੇ ਦਿੱਤੇ ਧਰਮ ਦੇ, ਉਹਨਾਂ ਨਿਯਮਾਂ ਨੂੰ ਲੋਕਾਂ ਨੂੰ ਪੜ੍ਹਾਉਣ ਦੀ ਲੋੜ ਆ ਤੇ ਅਗਲਾ ਕਦਮ ਪੁੱਟਣ ਦੀ ਲੋੜ ਆ। That's what I want to say. ਡਾਕਟਰ ਸਾਹਿਬ ਜਦੋਂ ਆਪਾਂ ਲੈਂਗੁਏਜ ਦੀ ਗੱਲ ਕਰਦੇ ਆ ਨਾ, ਉਹਨੂੰ ਆਪਾਂ ਗੁਰੂਆਂ ਤੱਕ ਜਾਂ ਸਿੱਖਾਂ ਤੱਕ ਸੀਮਿਤ ਨਾ ਕਰੀਏ ਤੇ ਬਿਹਤਰ ਆ। ਪੰਜਾਬੀ ਸਾਡੀ ਸਾਰਿਆਂ ਦੀ ਸਾਂਝੀ ਭਾਸ਼ਾ ਆ। ਪੰਜਾਬ 'ਚ ਕੋਈ ਜੰਮਿਆ ਵਾ ਜਾਂ ਪੰਜਾਬ 'ਚ ਉਹਦਾ ਪਿਛੋਕੜ ਹੈ ਤੇ ਪੰਜਾਬੀ ਮਾਂ ਬੋਲੀ ਜਿਹੜੀ ਆ ਉਹਦੇ ਤੇ ਸਾਰਿਆਂ ਦਾ ਬਰਾਬਰ ਦਾ ਅਧਿਕਾਰ ਆ। ਮੇਰੇ ਖਿਆਲ 'ਚ ਇਹਨੂੰ ਸਿੱਖੀ ਦੇ ਜਾਂ ਕਿਸੇ ਧਰਮ ਦੇ ਦਾਇਰੇ ਤੋਂ ਥੋੜ੍ਹਾ ਜਿਹਾ ਅਲੱਗ ਰੱਖ ਕੇ ਵੇਖੀਏ ਤੇ ਬਿਹਤਰ ਹੈ। ਵੈਸੇ ਜੇ ਤੁਸੀਂ ਉਹਨੂੰ ਸਕ੍ਰਿਪਟ ਨੂੰ ਕਹਿ ਲਓ ਵੀ ਲਿਪੀ ਨੂੰ ਕਹਿ ਲਓ ਤੇ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਂਦਾ ਆ ਕਿ ਲਿਪੀ 'ਚ ਅਸੀਂ ਵੰਡੀਆਂ ਪਾ ਕੇ ਵੀ ਕਈ ਨੁਕਸਾਨ ਉਠਾਏ ਆ। ਕੁਝ ਲੋਕ ਕਹਿੰਦੇ ਆ, ਆਪਣੇ ਗੁਰਭਜਨ ਗਿੱਲ ਵੀ ਕਹਿੰਦੇ ਹੁੰਦੇ ਆ ਕਿ ਲੋਕ ਕਹਿੰਦੇ ਆ ਕਿ ਜੇ ਸਿੱਖੀ ਨਾਲ ਜੁੜ ਗਈ ਜਿਹੜੀ ਲਿਪੀ ਆ ਗੁਰਮੁਖੀ, ਇਹਦਾ ਨਾਂ ਗੁਰਮੁਖੀ ਤੇ ਸ਼ਾਹਮੁਖੀ ਬਣਾਤਾ ਸੀ ਤੇ ਉਹਦੇ ਨਾਲ ਨੁਕਸਾਨ ਹੋਇਆ। ਕਹਿੰਦੇ ਨਹੀਂ, ਮੈਂ ਕਹਿੰਦਾ ਇਹਦੇ ਨਾਲ ਫਾਇਦਾ ਹੋਇਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸਾਡੇ ਕੋਲ ਜਿਹੜੀ ਉਹ ਲਿਪੀ ਸਾਂਭੀ ਗਈ ਆ। ਜ਼ਬਾਨ ਮਰਦੀ ਮਰ ਜੇ ਕੁਛ ਹੋ ਜੇ, ਇਹ ਹਮੇਸ਼ਾ ਰਹੂਗੀ। ਜਿੰਨਾ ਚਿਰ ਸਿੱਖ ਰਹੂਗਾ ਪੱਗ ਬੰਨਣ ਵਾਲਾ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਨੂੰ ਮਾਨਤਾ ਰਹੂਗੀ, ਇਹ ਲਿਪੀ ਤੇ ਬੋਲੀ ਕਦੀ ਖਤਮ ਨਹੀਂ ਹੋ ਸਕੂਗੀ। ਉਹਨਾਂ ਦੀ ਇਹ ਧਾਰਨਾ ਆ। ਕੁਝ ਲੋਕ ਕਹਿੰਦੇ ਆ ਕਿ ਧਰਮ ਨਾਲ ਜੋੜ ਕੇ ਭਾਸ਼ਾ ਦਾ ਨੁਕਸਾਨ ਹੋਇਆ। ਗਹਿਰਾ ਮੁੱਦਾ ਆ, ਇਹਦੇ ਤੇ ਵੀ ਆਪਾਂ ਗੱਲ ਕਰ ਸਕਦੇ ਹਾਂ। ਆਪਾਂ ਪਰ ਗੱਲ ਕਰੀਏ ਹਲਕੀ ਫੁਲਕੀ ਨੈਤਿਕਤਾ ਦੀ। ਚੱਠਾ ਸਾਹਿਬ, ਨੈਤਿਕਤਾ ਦਾ ਪਾਠ ਆਪਾਂ ਬੜਾ ਪੜ੍ਹਾਇਆ। ਤੁਹਾਡੀ ਕਿਤਾਬ ਆਈ ਜਿਹੜੀ ਮੈਨੂੰ ਲੱਗਦਾ ਉਦੋਂ ਵਰਮਾ ਸਾਹਿਬ ਹੋਰਾਂ ਨੇ ਪਹਿਲੀ ਜਿਹੜੀ ਪੰਜਾਬੀ ਯੂਨੀਵਰਸਿਟੀ ਵਾਲਿਆਂ ਨੇ ਉਹ ਸੰਪਾਦਨਾ ਕੀਤੀ ਸੀ, ਉਹ 'ਚ ਆਰਟੀਕਲ ਸੀ ਕਾਫੀ ਲੋਕਾਂ ਦੇ, ਵਧੀਆ ਸੀਗੀ ਕਿਤਾਬ। ਤੇ ਨੈਤਿਕਤਾ ਦਾ ਉਹ ਤੁਸੀਂ ਮਤਲਬ ਸਮਾਜ 'ਚ ਕਿਸ ਤਰ੍ਹਾਂ ਦੀ ਨੈਤਿਕਤਾ ਦੀ ਤੁਸੀਂ ਗੱਲ ਕਰ ਰਹੇ ਸੀ? ਉਹ ਸਾਰਾ ਨੈਤਿਕਤਾ ਦਾ ਕਨਸੈਪਟ ਕੀ ਆ ਤੁਹਾਡੇ ਮਨ 'ਚ? ਨੈਤਿਕਤਾ ਬਾਰੇ ਕੀ ਬੇਸਿਕ ਵਿਚਾਰ ਆ ਜਿਹੜੇ ਤੁਸੀਂ ਮੁੜ ਕੇ ਉਹਨੂੰ ਐਕਸਪਲੋਰ ਕੀਤਾ ਤੇ ਅੱਗੇ ਬੱਚਿਆਂ ਤੱਕ ਲੈ ਕੇ ਗਏ? ਤੇ ਉਹ ਮੈਂ ਤੁਹਾਡੇ ਕੋਲ ਵੀ ਸੁਣਿਆ ਸੀ ਕਿ ਉਹ ਸਕੂਲ ਬੋਰਡ ਨੇ ਵੀ ਉਹਨੂੰ ਮਾਨਤਾ ਦਿੱਤੀ ਔਰ ਸ਼ਾਇਦ ਉਹ ਸਿਲੇਬਸ 'ਚ ਵੀ ਪਾਈ ਗਈ ਕਿਤਾਬ। ਤੇ ਉਹਦਾ ਕੀ ਸੱਚਮੁੱਚ ਹੀ ਉਹ ਵਾਕਿਆ ਹੀ ਸਕੂਲ ਬੋਰਡ ਵੱਲੋਂ ਕਿਤੇ ਪੜ੍ਹਾਈ ਜਾ ਰਹੀ ਹੈ ਇਸ ਵੇਲੇ? ਤੇ ਨੈਤਿਕਤਾ ਦੇ ਮਾਇਨੇ ਤੁਸੀਂ ਕੀ ਲੈਂਦੇ ਹੋ? ਬਹੁਤ ਵਧੀਆ। ਪਹਿਲਾਂ ਤੁਹਾਡੇ ਕੁਐਸਚਨ ਵੀ ਕਾਫੀ 3-4 ਨਿਕਲਿਆ ਵਿੱਚੋਂ, ਤੇ ਮੈਨੂੰ ਆਨਸਰ ਵੀ 3-4 ਦੇਣੇ ਪੈਣੇ ਹੈਗੇ ਆ। ਕੋਈ ਨਹੀਂ ਖੁੱਲ ਕੇ ਦੋ, ਸਮਾਂ ਹੈ ਆਪਣੇ ਕੋਲ ਜੀ। ਪੰਜਾਬੀ ਵਾਲੀ ਗੱਲ ਆ ਨਾ ਜੀ, ਉਹ ਅਸੀਂ ਬਿਲਕੁਲ ਨਹੀਂ ਕਰ ਰਹੇ ਵੀ ਉਹ ਇਕੱਲੇ ਸਿੱਖਾਂ ਦੀ ਆ। ਜਿਹੜੀ ਨੈਤਿਕਤਾ ਦੀ ਇੱਕ ਕਿਤਾਬ ਅਸੀਂ ਲਿਖੀ ਆ, ਉਸ ਕਿਤਾਬ ਦੇ ਜਿਹੜੀ ਸੀ ਪਹਿਲੀ ਤੇ ਨੈਤਿਕ ਨਿਯਮ ਵਾਲੀ, ਦੂਜੀ ਲਿਖੀ ਸੀ ਚੌਹਾਂ ਧਰਮਾਂ ਵਿੱਚ ਨੈਤਿਕਤਾ। ਉਹਦੇ ਵਿੱਚ ਸਿੱਖ ਧਰਮ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਨੈਤਿਕਤਾ ਬਾਰੇ ਕੀ ਲਿਖਿਆ ਹੈਗਾ ਵਾ, ਜੋ ਬਾਈਬਲ ਵਿੱਚ ਲਿਖਿਆ ਉਹ ਡਾਕਟਰ ਗੁਰੂ ਜੀ ਮੇਰੇ ਡਾਕਟਰ ਨਾਥ ਸਾਹਿਬ ਦਾ ਹੀ ਲਿਖਿਆ ਹੈਗਾ ਵਾ ਵੀ ਬਾਈਬਲ ਦੇ ਵਿੱਚ ਜਿਹੜਾ ਹੈਗਾ ਉਹਦਾ ਨੈਤਿਕਤਾ ਬਾਰੇ 'ਚ ਕੀ ਲਿਖਿਆ ਹੈਗਾ ਵਾ, ਕੁਰਾਨ ਦੇ ਵਿੱਚ ਕੀ ਲਿਖਿਆ, ਗੀਤਾ 'ਚ ਕੀ ਲਿਖਿਆ ਹੈਗਾ।
ਇਹ ਮੈਂ ਤੁਹਾਨੂੰ ਕਲੀਅਰ ਕਰ ਦਵਾਂ, ਜਿਹੜਾ ਅਸੀਂ ਕੰਮ ਕਰ ਰਹੇ ਹਾਂ ਲੈਂਗੁਏਜ ਲਈ ਕਰ ਰਹੇ ਹਾਂ, ਉਹਦੇ ਵਿੱਚ ਚਾਰੇ ਹੀ ਹਿੰਦੂ ਵੀ, ਮੁਸਲਮਾਨ ਵੀ, ਸਿੱਖ ਵੀ ਤੇ ਈਸਾਈ ਵੀ ਬਰਾਬਰ ਦੇ ਹੈਗੇ ਆ। ਪਹਿਲਾ ਕਨਸੈਪਟ ਤੁਹਾਨੂੰ ਮੈਂ ਗੱਲ ਕਰਦਾ, ਅਸੀਂ ਇਕੱਲੇ ਗੁਰਮੁਖੀ ਜਾਂ ਇਕੱਲਾ ਇਹਦੇ ਲਈ ਨਹੀਂ ਕਰ ਰਹੇ ਵੀ ਇਕੱਲੇ ਜਿਹੜੇ ਜੋ ਕੁਝ ਹੋ ਰਿਹਾ ਹੈਗਾ ਜੀ ਵੀ ਇਹ ਇਕੱਲਾ ਸਿੱਖਾਂ ਲਈ ਜਾਂ ਉਹਨਾਂ ਲਈ ਕਰ ਰਹੇ ਹੈਗੇ ਆ। ਦੂਜਾ ਨੈਤਿਕਤਾ ਹੈਗੀ ਕੀ ਹੈਗੀ ਆ, ਉਹਦੇ ਜਿਹੜੀ ਮੈਂ ਗੱਲ ਤੁਹਾਡੇ ਨਾਲ ਗੱਲ ਕੀਤੀ ਹੈਗੀ ਆ, ਉਹ ਕੁਦਰਤੀ ਮੇਰੇ ਕੋਲ ਜੇ ਕਿਤਾਬ ਹੋਵੇ ਤੇ ਉਹ ਆ ਲਿਖਿਆ ਹੈਗਾ ਜੀ, ਚੌ ਧਰਮਾਂ ਵਿੱਚ ਨੈਤਿਕ ਸਿੱਖਿਆ। ਨੈਤਿਕ ਸਿੱਖਿਆ, ਹਾਂਜੀ। ਇਹਦੇ ਵਿੱਚ ਮੇਰਾ ਕਹਿਣ ਦਾ ਮਤਲਬ ਹੈਗਾ ਵੀ ਇਹ ਜਿਹੜਾ ਗੱਲ ਤੁਹਾਡੇ ਨਾਲ ਗੱਲ ਕਰ ਰਿਹਾ ਨਾ ਜੀ ਮੈਂ, ਇਹਦੇ ਵਿੱਚ ਸਾਰਿਆਂ ਦੇ ਹੀ ਡਾਕਟਰ ਨਾਥ ਸਾਹਿਬ ਦਾ ਬਿਲਕੁਲ ਇਹਦੇ ਬਾਰੇ, ਇਹ ਹਿੰਦੂ ਹੈਗੇ ਪਟਿਆਲੇ ਦੇ ਹੈਗੇ, ਉਹਨਾਂ ਦਾ ਹਿੰਦੂ ਗੀਤਾ ਜੀ ਬਾਰੇ, ਤੇ ਡਾਕਟਰ ਮੁਜਾਹਿਦਾ ਜੀ ਹੈਗੇ ਆ, ਡਾਕਟਰ ਨਬੀਲਾ ਜੀ ਹੈਗੇ ਆ, ਜਿਹਨਾਂ ਕੋ ਆਪਾਂ ਗਏ ਵੀ ਸੀ ਲਾਹੌਰ, ਬਿਲਕੁਲ ਹਾਂਜੀ, ਉਹਨਾਂ ਦਾ ਕੁਰਾਨ ਦੇ ਵਿੱਚ ਲਿਖਿਆ ਹੈਗਾ। ਮੈਂ ਤੁਹਾਨੂੰ ਪਹਿਲਾਂ ਆਪਦੇ ਲੋਕ ਕਲੀਅਰ ਕਰ ਦੇਣਾ, ਅਸੀਂ ਇਕੱਲੇ ਗੁਰਮੁਖੀ ਲਈ ਨਹੀਂ ਕਰ ਰਹੇ, ਇਹਦੇ ਵਿੱਚ ਸ਼ਾਹਮੁਖੀ ਲਈ ਵੀ ਗੱਲ ਕਰ ਰਹੇ ਹੈਗੇ, ਅਸੀਂ ਸਾਰਿਆਂ ਦੀ ਕਰ ਰਹੇ। ਬਿਲਕੁਲ। ਨੈਤਿਕਤਾ ਹੈ ਕੀ ਆ? ਨੈਤਿਕਤਾ ਦੇ ਗੁਣ ਪਹਿਲਾਂ ਲੋਕ ਸਾਂਝੇ ਪਰਿਵਾਰ ਚੋਂ ਲੈ ਲੈਂਦੇ ਸੀਗੇ ਜੀ, ਜਦੋਂ ਜ਼ਿਆਦਾ ਭੈਣ ਭਰਾ ਹੋਏ, ਇੱਕ ਦੂਜੇ ਦਾ ਪਿਆਰ ਸਤਿਕਾਰ ਜਿਹੜਾ ਸੀਗਾ ਉਹ ਸਭ ਕੁਝ ਲੈ ਲੈਂਦੇ ਸੀਗੇ। ਹੁਣ ਪਰਿਵਾਰ ਛੋਟੇ ਰਹਿ ਗਏ। ਅੱਗੇ ਸਮਾਜ ਤੋਂ ਵੀ ਲੋਕ ਸਿੱਖਿਆ ਲੈ ਲੈਂਦੇ ਸੀ, ਕੋਈ ਬੰਦਾ ਗਲਤ ਕੰਮ ਕਰਦਾ ਹੋਵੇ, ਪਿੰਡ ਦਾ ਕੋਈ ਬਜ਼ੁਰਗ ਹੋਵੇ, ਉਹ ਵੀ ਕਿਤੇ ਮੂੰਹ ਤੇ ਚਪੇੜ ਮਾਰਦਾ, ਤੂੰ ਆ ਗਲਤ ਕੰਮ ਨਾ ਕਰ। ਹੁਣ ਇਕੱਲੇ ਪਰਿਵਾਰ ਆਪਾਂ ਇਕੱਠੇ ਕਰ ਨਹੀਂ ਸਕਦੇ, ਗੱਲ ਬੱਚਾ ਇੱਕ ਦੋ ਹੈਗਾ, ਇਸ ਕਰਕੇ ਇਹਨੂੰ ਸਿੱਖਿਆ ਦੇਣ ਦੀ ਲੋੜ ਇਹਦੀ ਹੈਗੀ ਆ। ਹੁਣ ਨੈਤਿਕਤਾ ਹੈਗੀ ਕੀ ਆ? ਬਹੁਤ ਸਾਰੇ ਬੰਦਿਆਂ ਨੈਤਿਕ ਦਾ ਨਾਂ ਨਹੀਂ ਲਿਖਿਆ ਹੁੰਦਾ ਤੇ ਡੈਫੀਨੇਸ਼ਨ ਨਹੀਂ ਪਤਾ ਹੁੰਦਾ ਵੀ ਨੈਤਿਕ ਸਿੱਖਿਆ ਹੈਗੀ ਕੀ ਆ, ਜਿਹੜੀ ਅਸੀਂ ਵਿਦਵਾਨਾਂ ਕੋਲੋਂ ਪੁੱਛ ਕੇ ਬਣਾਈ ਹੈਗੀ ਆ। ਹੁਣ ਮੈਂ ਕਹਿ ਤਾਂ ਮੈਂ ਹੀ ਦਿੰਦਾ ਹੈਗਾ, ਪਰ ਉਹ ਸਾਰੇ ਲੋਕਾਂ ਦੀ ਬਣਾਈ ਹੋਈ ਜਿਹੜੀ ਮੇਰੇ ਤੱਕ ਅਖੀਰ ਤੱਕ ਪਹੁੰਚੀ ਹੋਈ ਉਹ ਹੈਗੀ ਆ, ਉਹ ਸਦਾਚਾਰਕ ਨਿਯਮਾਂ ਦਾ ਸਮੂਹ ਆ, ਜਿਹਨੂੰ ਕੋਈ ਕਾਨੂੰਨੀ ਮਾਨਤਾ ਨਹੀਂ ਗੀ। ਇਹਨੂੰ ਇਨਸਾਨ ਆਪਦੀ ਸਵੈ ਇੱਛਾ ਨਾਲ ਕਰਦਾ ਹੈਗਾ ਤੇ ਸਮਾਜ ਵਿੱਚ ਸਨਮਾਨ ਪਾਉਂਦਾ। ਜਿਵੇਂ ਜੇ ਮੈਂ ਕੋਈ ਗਲਤ ਕੰਮ ਕਰੂੰਗਾ ਤੇ ਉਹਦੇ ਲਈ ਮੇਰੇ ਕੋਲ ਸਜ਼ਾ ਹੈਗੀ ਆ, ਗੌਰਮੈਂਟ ਨੇ, ਸਰਕਾਰਾਂ ਕੋਲ ਪੁਲਿਸ ਵੀ ਆ, ਕਚਹਿਰੀਆਂ ਵੀ ਆ ਗਲਤ ਕੰਮ ਕਰ ਲਈ, ਪਰ ਕਿਸੇ ਦੀ ਮਦਦ ਕਰਨ ਲਈ, ਮੈਂ ਕਿਸੇ ਦੀ ਮਦਦ ਕਰਾਂ, ਇਹਦੇ ਲਈ ਅਜੇ ਤੱਕ ਕਿਸੇ ਵੀ ਦੇਸ਼ ਕੋ ਕੋਈ ਕਾਨੂੰਨ ਨਹੀਂ ਬਣਿਆ। ਉਹ ਮੈਂ ਆਪਦੀ ਸਵੈ ਇੱਛਾ ਦੇ ਨਾਲ ਕਰਨਾ, ਇਹਨੂੰ ਕੋਈ ਕਾਨੂੰਨੀ ਮਾਨਤਾ ਨਹੀਂ ਕਿ ਜੇ ਮੈਂ ਕਿਸੇ ਦੀ ਨਹੀਂ ਵੀ ਮਦਦ ਕਰਦਾ ਤੇ ਮੈਨੂੰ ਕੋਈ ਕਾਨੂੰਨ ਸਜ਼ਾ ਨਹੀਂ ਦੇ ਸਕਦਾ। ਇਸ ਕਰਕੇ ਜਿਹੜੀ ਨੈਤਿਕਤਾ ਹੈਗੀ, ਆਮ ਕਰਕੇ ਲੀਡਰ ਤੁਸੀਂ ਜਿੰਨੇ ਵੀ ਲੀਡਰ ਤੁਸੀਂ ਦੇਖੋ, ਇੱਕ ਦੂਜੇ ਨੂੰ ਗਾਲ ਵੀ ਕੱਢਦੇ ਹੈਗੇ ਆ ਸੱਭਿਆਚਾਰਕ ਦੀ ਵਧੀਆ ਭਾਸ਼ਾ ਵਿੱਚ, ਵੀ ਤੇਰੇ ਵਿੱਚ ਨੈਤਿਕਤਾ ਹੈ ਨਹੀਂ ਗੀ ਕਿਉਂਕਿ ਤੂੰ ਬੇਕਾਨੂੰਨ ਦੇ ਮੇਰੇ ਮੁਤਾਬਕ ਕੰਮ ਨਹੀਂ ਕਰ ਰਿਹਾ। ਉਹਨਾਂ ਨੂੰ ਵੀ ਨੈਤਿਕਤਾ ਦੀ ਡੈਫੀਨੇਸ਼ਨ ਨਹੀਂ ਪਤਾ। ਇਹ ਤਾਂ ਮੈਂ ਤੁਹਾਨੂੰ ਆਪਣੇ ਕੋਲੋਂ ਨੈਤਿਕਤਾ ਦੀ ਡੈਫੀਨੇਸ਼ਨ ਜਿਹੜੀ ਲੋਕਾਂ ਨੇ ਬਣਾਈ ਆ, ਮੈਂ ਤੁਹਾਨੂੰ ਉਹ ਦੱਸੀ ਹੈਗੀ ਆ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 2018 ਦੇ ਵਿੱਚ 17 ਮਈ ਨੂੰ ਮੇਰੇ ਕੋਲੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਕੋਲ, ਸੀਐਮ ਸਾਹਿਬ ਦੇ ਕੋਲੋਂ ਮੈਨੂੰ ਈਮੇਲ ਦਾ ਜਵਾਬ ਆ ਗਿਆ ਸੀ, ਮੇਰੇ ਕੋਲ ਛਪਿਆ ਹੋਇਆ ਹੈਗਾ, ਮੈਂ ਤੁਹਾਨੂੰ ਭੇਜ ਵੀ ਦਊਂਗਾ, ਵੀ ਅਸੀਂ ਨੈਤਿਕਤਾ ਦਾ ਸਬਜੈਕਟ ਲਾਉਣਾ ਹੈਗਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ। ਉਹਨਾਂ ਨੇ ਲਾਤਾ, ਪਰ ਇੱਕ ਗੱਲ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ, ਉਹਨਾਂ ਨੇ ਨਾਂ ਉਹਦਾ ਨੈਤਿਕਤਾ ਨਹੀਂ ਰੱਖਿਆ। ਉਹਦਾ ਨਾਂ ਉਹਨਾਂ ਕਲੇਮ ਕਰਦੇ ਵੀ ਅਸੀਂ ਨੈਤਿਕਤਾ ਸਬਜੈਕਟ ਲਾਤਾ ਹੈਗਾ, ਨਾ ਉਹਦਾ ਨਾਂ ਰੱਖਤਾ ਸਵਾਗਤ ਜ਼ਿੰਦਗੀ, ਜਿਹਦਾ ਕਿਸੇ ਤਰ੍ਹਾਂ ਵੀ ਨੈਤਿਕਤਾ ਨਾਲ ਸੰਬੰਧ ਨਹੀਂਗਾ। ਤੇ ਉਹਦੇ ਵਿੱਚ 25 ਜਾਂ 30% ਹੀ ਉਹਨਾਂ ਨੇ ਨੈਤਿਕਤਾ ਦੇ ਸਬਜੈਕਟ ਪਾਏ ਹੋਣਗੇ, ਬਾਕੀ ਹੋਰ ਹੀ ਕੁਝ ਉਹਨਾਂ ਨੇ ਪਾਤਾ। ਉਹ ਮੁੜ ਕੇ ਮੈਂ ਦੁਬਾਰਾ ਫੇਰ ਈਮੇਲ ਕੱਢਦਾ, ਜੀ ਤੁਸੀਂ ਨਾ ਇਹਦਾ ਠੀਕ ਕਰ ਲਓ ਜੀ, ਮੈਟਰ ਠੀਕ ਕਰ ਲਓ। ਉਹ ਮੈਂ ਮੁੜ ਕੇ ਚੰਨੀ ਸਾਹਿਬ ਨੂੰ ਭੇਜੀ ਸੀ, ਉੱਥੋਂ ਵੀ ਜਵਾਬ ਨਹੀਂ ਆਇਆ। ਉੱਥੋਂ ਸੀਐਮ ਆਫਿਸ ਤੋਂ ਸੈਕਟਰੀ ਨੂੰ ਭੇਜ ਦਿੰਦੇ ਆ, ਸੈਕਟਰੀ ਮੁੜ ਕੇ ਫੇਰ ਉੱਥੇ ਡੱਪ ਕਰ ਦਿੰਦਾ, ਉੱਥੇ ਗੱਲ ਨਹੀਂ ਕਰਦਾ। ਹੁਣ ਭਗਵੰਤ ਮਾਨ ਜੀ ਉਹਨਾਂ ਨੂੰ ਕੀਤਾ ਸੀ, ਭਗਵੰਤ ਮਾਨ ਜੀ ਉਹਨਾਂ ਦੇ ਨਾਲ ਦੇ ਆ ਜਿਹੜੇ ਕਹਿੰਦੇ ਵੀ ਐਜੂਕੇਸ਼ਨ ਸਿਸਟਮ ਵਿੱਚ ਚੇਂਜ ਕਰਨਾ ਚਾਹੁੰਦੇ ਹੈਗੇ ਆ, ਪਰ ਉਹਨਾਂ ਦੀ ਰਿਪਲਾਈ ਨਹੀਂ ਅਜੇ ਆਈ ਤੇ ਨਾ ਕੋਈ ਮੀਟਿੰਗ ਦੀ ਗੱਲ ਆਈ। ਮੈਂ ਰਿਕੁਐਸਟ ਕਰ ਚੁੱਕਾ, ਸਾਡੇ ਐਸਐਸ ਗਿੱਲ ਸਾਹਿਬ ਉੱਥੇ ਫਾਰਮਰ ਵਾਈਸ ਚਾਂਸਲਰ ਸਾਹਿਬ ਹੈਗੇ ਆ, ਉਹਨਾਂ ਨਾਲ ਮੁਲਾਕਾਤ ਕਰਾ ਕੇ ਵੀ ਚੇਂਜ ਤੁਸੀਂ ਕਰ ਲਓ। ਇਹ ਦੇਖੋ ਕਦੋਂ ਚੜ੍ਹਦੀ ਲੱਗ ਚੁੱਕਾ ਸਬਜੈਕਟ। ਉਦੋਂ ਉੱਪਰ ਦੱਸਾਂ, ਪੰਜਾਬ ਯੂਨੀਵਰਸਿਟੀ ਲਾਹੌਰ ਹੈਗੀ ਆ, ਉਹਨਾਂ ਨੇ ਵੀ ਇਸ ਕਿਤਾਬ ਦਾ ਲੱਥਾ ਕਰਕੇ ਆਪਦੀ ਯੂਨੀਵਰਸਿਟੀ ਪੜ੍ਹਾਉਣ ਦਾ ਐਲਾਨ ਕਰ ਦਿੱਤਾ ਵਾ। ਜਿਹੜੀ ਸਾਡੀ ਕਾਨਫਰੰਸ ਪਿਛਲੇ ਸਾਲ ਹੋਈ ਸੀ, ਵਿਰਚੁਅਲ ਹੋਈ ਸੀਗੀ, ਉਹਦੇ ਵਿੱਚ ਉਹ ਵੀ ਅਨਾਉਂਸ ਕਰਕੇ ਉਹਨਾਂ ਨੇ ਕਿਤਾਬ ਟਰਾਂਸਲੇਟ, ਉਹਨੂੰ ਅਖਲਾਕ ਨਾਂ ਰੱਖਿਆ। ਅਖਲਾਕ ਦੀ ਗੱਲ ਬਣਦੀ ਆ ਕਿਉਂਕਿ ਗੁਰਮੁਖੀ 'ਚ ਅਸੀਂ ਨੈਤਿਕਤਾ ਕਹਿੰਦੇ ਆ, ਉਹ ਸ਼ਾਹਮੁਖੀ 'ਚ ਅਖਲਾਕ ਕਹਿੰਦੇ ਹੈਗੇ, ਉਹ ਤਾਂ ਗੱਲ ਬਣਦੀ ਆ। ਪਰ ਉਹ ਜਿਹੜੀ ਸਵਾਗਤ ਜ਼ਿੰਦਗੀ ਵਾਲਾ ਮੈਨੂੰ ਅੱਜ ਤੱਕ ਸਮਝ ਨਹੀਂ ਲੱਗ ਸਕਿਆ ਇਹਦੀ ਟਰਾਂਸਲੇਸ਼ਨ ਆ ਕਿ ਕੀ ਹੈਗਾ, ਉਹਦਾ ਰੌਲਾ ਇੰਨਾ ਕੁ ਹੈਗਾ। ਚੱਠਾ ਸਾਹਿਬ, ਜਿਹੜੀ ਉਹ ਬੁੱਕ ਸੀਗੀ ਜਾਂ ਜਿਹੜੀਆਂ 2 ਬੁੱਕ ਤੁਸੀਂ ਲਿਖੀਆਂ ਚੌ ਧਰਮਾਂ ਦੇ ਵਿੱਚ ਨੈਤਿਕਤਾ ਦੇ ਕੀ ਮੀਨਿੰਗ ਨੇ, ਇਹਨਾਂ 'ਚੋਂ ਕੋਈ ਆਰਟੀਕਲ ਜਿਹੜੀਆਂ ਉਹਨਾਂ ਨੇ ਨੈਤਿਕਤਾ ਦੀ ਕਿਤਾਬ ਲਈ, ਕੋਈ ਤੁਹਾਡਾ ਹੂਬਹੂ ਆਰਟੀਕਲ ਉਹ 'ਚ ਲੱਗਾ ਜਾਂ
ਉਹਨਾਂ ਨੇ ਸਿਰਫ ਤੁਹਾਡਾ ਥੀਮ ਹੀ ਲਿਆ ਆ ਕਿ ਨੈਤਿਕਤਾ ਦੀ ਗੱਲ ਕਰਾਂਗੇ। ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਗੱਲ ਕਰਦੇ ਹੋ? ਹਾਂਜੀ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ 25% ਸਾਡੀਆਂ ਲਈਆਂ ਉਹਨਾਂ ਨੇ, 25% ਲਈਆਂ ਹੈਗੀਆਂ। ਮੈਂ ਹੋਰ ਵੀ ਦੇਖਿਆ ਬੰਦਾ ਨੈਤਿਕਤਾ ਦਾ ਨਾਂ ਲਿਖ ਕੇ ਨਾ ਬਾਕੀ ਇਹਦੀ ਹਿਸਟਰੀ ਜਾਂ ਆਪਣਾ ਇਤਿਹਾਸ ਪੜਾਈ ਜਾਂਦਾ ਹੈਗਾ ਵਾ। ਸਾਡੀ ਕਿਤਾਬ ਦੇ ਵਿੱਚ 100% ਨੈਤਿਕਤਾ, 1% ਵੀ ਨਹੀਂ ਹੋਣਾ ਜਿਹੜੀ ਨੈਤਿਕਤਾ ਤੋਂ ਬਾਹਰ ਹੋਵੇ। ਸਾਡੇ ਕੋਲ ਇਹ 6ਵਾਂ ਐਡੀਸ਼ਨ ਹੈਗਾ। ਸਾਡੇ ਕੋਲ ਗਲਤੀ ਨਾਲ ਕਈ ਵਾਰੀ ਪੈ ਵੀ ਜਾਂਦਾ ਰਿਹਾ ਹੈ, ਅਸੀਂ ਮੁੜ ਕੇ ਨਾਥ ਸਾਹਿਬ ਸਾਨੂੰ ਸਮਝਾਉਂਦੇ ਆ ਨਾ ਪਾਓ, ਆਹ ਨਾ ਪਾਓ, ਅਸੀਂ ਉਹਨੂੰ ਕੱਟ ਦਿੰਦੇ ਆ। ਹੁਣ ਸਾਡੇ ਕੋਲ ਜਿਹੜੀ ਕਿਤਾਬ ਆ ਇਹ 'ਚ 100% ਨੈਤਿਕਤਾ ਹੀ ਹੈ। ਇੰਨੇ ਸਾਲਾਂ 'ਚ ਤੇ ਚੱਠਾ ਸਾਹਿਬ ਤੁਹਾਡੇ ਕੋਲ ਬਹੁਤ ਬਹੁਤ ਵੱਡੇ ਮਹਾਰਥੀ ਪੰਜਾਬੀ ਬੋਲੀ ਨੂੰ ਜਾਣਨ ਵਾਲੇ, ਉਹਨੂੰ ਵੇਖਣ ਵਾਲੇ ਮਿਲ ਗਏ ਹੋਣਗੇ। ਪਰ ਮੈਂ ਜੇ ਤੁਹਾਨੂੰ ਥੋੜਾ ਜਿਹਾ ਤੁਹਾਡੇ ਨਾਲ ਸਾਂਝ ਪਾਵਾਂ, ਜੇ ਅਸੀਂ ਇਕੱਠੇ ਹੋਏ ਆ ਤਾਂ ਇੱਕ ਲੁਧਿਆਣੇ ਤੋਂ ਮੈਡਮ ਨੇ, ਟੀਚਰ ਹੀ ਰਹੇ ਨੇ ਸ਼ਾਇਦ, ਉਹਨਾਂ ਦਾ ਨਾਮ ਹੈ ਦਵਿੰਦਰ ਕੌਰ ਸੈਣੀ, ਕਦੀ ਸੁਣਿਆ ਹੋਵੇ। ਉਹ ਅੱਜ ਕੱਲ੍ਹ ਬਹੁਤ ਸਾਰੇ ਲੇਖਕਾਂ ਦੀਆਂ ਬੁੱਕਸ ਨੂੰ ਆਪਣੀ ਵੌਇਸ ਦਿੰਦੇ ਨੇ, ਵੌਇਸ ਬੁੱਕ ਕਹਿੰਦੇ ਨੇ, ਉਹ ਬਣਾ ਰਹੇ ਨੇ। ਔਰ ਜਿਸ ਢੰਗ ਨਾਲ ਉਹ ਗੁਰਮੁਖੀ ਨੂੰ ਪੜ੍ਹਾ ਰਹੇ ਨੇ, ਉਹਨੂੰ ਸਾਇੰਟੀਫਿਕ ਵੇ ਨਾਲ, ਕਿ ਜਿਹੜੀਆਂ ਗੱਲ ਤੁਸੀਂ ਮੇਰੇ ਸ਼ੁਰੂ ਕੀਤੀ ਸੀ ਜਦੋਂ ਆਪਾਂ ਜੇ ਏਅਰ 'ਤੇ ਨਹੀਂ ਸੀ ਆਏ, ਕਿ ਸਾਡੀ ਭਾਸ਼ਾ ਜਿਹੜੀ ਲਿਖਣ 'ਚ ਆ, ਗ੍ਰਾਮੈਟੀਕਲ ਗਲਤੀਆਂ ਸਾਡੀਆਂ ਬਹੁਤ ਜ਼ਿਆਦਾ ਨੇ। ਬਿੰਦੀ ਟਿੱਪੀ ਕੰਨਾ ਸਾਨੂੰ ਪਤਾ ਨਹੀਂ ਕਿੱਥੇ ਲਾਉਣਾ ਆ, ਕਨੌੜਾ ਕਿੱਥੇ ਪੈਣਾ, ਹੋੜਾ ਕਿੱਥੇ ਪੈਣਾ। ਮੈਂ ਵੀ ਕਰਦਾ ਗਲਤੀਆਂ, ਉਹ ਸਾਰੇ ਕਰਦੇ ਆ। ਉੱਦਾਂ ਮੈਂ ਕਹਿਣ ਨੂੰ ਮੈਂ ਵੀ ਕਹਿ ਦਿੰਦਾ ਮੈਂ MA ਪੰਜਾਬੀ ਦੀ ਕੀਤੀ ਹੋਈ ਆ। ਕਿਸੇ ਜ਼ਮਾਨੇ 'ਚ ਮੈਂ ਗਿਆਨੀ ਵੀ ਕੀਤੀ ਸੀ, ਜਿਹੜੀ ਆਪਣੇ ਆਪ ਕਹਿੰਦੇ ਹੁੰਦੇ ਸੀ ਗਿਆਨੀ ਜੀ ਬੜੇ ਹੋ ਗਏ ਆ। ਅਤੇ ਮੇਰੇ ਕੋਲੋਂ ਵੀ ਸਪੈਲਿੰਗ ਮਿਸਟੇਕ ਅੱਜ ਤੱਕ ਹੁੰਦੀਆਂ। ਅਤੇ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ, ਖਾਸ ਕਰਕੇ ਸ਼ਹਿਰੀ ਵਰਗ ਜਿਹੜਾ ਆ, ਉਹ ਤੇ ਉਹਨਾਂ ਦਾ ਉਚਾਰਨ ਵੀ ਜਿਹੜਾ, ਕੌਲੀ ਨੂੰ ਕੋਲੀ ਕਹਿੰਦੇ ਆ, ਪੌੜੀ ਨੂੰ ਪੌੜੀ ਕਹਿੰਦੇ ਆ, ਯਾਨੀ ਕਿ ਉਹਨਾਂ ਨੂੰ ਉੱਦਾਂ ਨਹੀਂ ਪੜ੍ਹਾਇਆ ਗਿਆ। ਜਿਹੜੇ ਵਿਗਿਆਨਕ ਟੈਕਨੀਕਸ ਨੇ, ਮੈਨੂੰ ਦਵਿੰਦਰ ਕੌਰ ਹੋਣਾ ਨੇ ਬਹੁਤ ਜ਼ਿਆਦਾ ਕੀਤਾ। ਜੇ ਕਦੀ ਤੁਹਾਡੇ ਕੋਲ ਸਮਾਂ ਹੋਵੇ ਤੇ YouTube ਤੇ ਜਾ ਕੇ ਉਹਨਾਂ ਦੇ ਲੈਕਚਰ ਵਗੈਰਾ ਤੁਸੀਂ ਵੇਖੋ। ਤੇ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਕੀਤੀਆਂ ਨੇ, ਖਾਸ ਕਰਕੇ ਜਿਹੜੀਆਂ ਜਿੱਦਾਂ ਤੁਸੀਂ ਨੈਤਿਕ ਕਦਰਾਂ ਕੀਮਤਾਂ ਦਾ, ਨਰਿੰਦਰ ਸਿੰਘ ਕਪੂਰ ਬਹੁਤ ਅੱਛਾ ਲਿਖਦੇ ਨੇ, ਉਹਨਾਂ ਦੀਆਂ ਕਾਫੀ ਸਾਰੀਆਂ ਕਿਤਾਬਾਂ ਨੂੰ ਉਹਨਾਂ ਨੇ ਵੌਇਸ ਬੁੱਕ ਦੇ ਰੂਪ ਦੇ ਵਿੱਚ ਲਿਆਂਦਾ ਜੀ। ਉਹਨਾਂ ਦਾ ਕੰਮ ਬਹੁਤ ਸਲਾਹੁਣਯੋਗ ਹੈ, ਇੰਡੀਵਿਜੂਅਲ ਕੰਮ ਕਰਦੇ ਆ। ਤੇ ਉਹੋ ਜਿਹੇ ਲੋਕਾਂ ਨੂੰ ਵੀ ਤੁਸੀਂ ਨਾਲ ਜੋੜ ਕੇ ਹੋਰ ਚੰਗੇ ਢੰਗ ਨਾਲ ਜਿਹੜੀਆਂ ਗ੍ਰਾਮੈਟੀਕਲ ਤੇ ਸਾਇੰਟੀਫਿਕ ਵੇ ਆ ਭਾਸ਼ਾ ਨੂੰ ਅੱਗੇ ਲੈ ਕੇ ਜਾਣ ਦਾ, ਉਹ ਅਪਣਾ ਸਕਦੇ ਆ। ਜ਼ਰੂਰ ਜੀ, ਅਸੀਂ ਬਿਲਕੁਲ ਕਰਾਂਗੇ ਜੀ। ਉਹਨਾਂ ਨਾਲ ਕੰਟੈਕਟ ਕਰਨ ਦੀ ਮੈਂ ਕੋਸ਼ਿਸ਼ ਕਰੂੰਗਾ। ਤੁਸੀਂ ਮੈਨੂੰ ਸ਼ੇਅਰ ਕਰ ਦਿਓ ਮੈਨੂੰ ਉਹਨਾਂ ਨਾਲ, ਤੇ ਮੈਂ ਉਹਨਾਂ ਨੂੰ ਭਾਲ ਕੇ ਤੇ ਮੈਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰਾਂਗਾ। ਜਿਹੜਾ ਵੀ ਸਾਡਾ ਇਸ ਕੰਮ 'ਚ ਮਦਦ ਕਰਾ ਸਕੇ, ਅਸੀਂ ਹਰੇਕ ਨੂੰ ਬੇਨਤੀ ਕਰਾਂਗਾ ਵੀ ਇਹਦੇ ਵਿੱਚ ਜ਼ਰੂਰ ਸਾਡੀ ਮਦਦ ਕਰਨ ਜੀ। ਅੱਛਾ, ਹੁਣ ਡਾਕਟਰ ਨਾਜ ਹੋਰਾਂ ਨੂੰ ਜੋੜੀਏ। ਸਾਰਾ ਉਹਨਾਂ ਅੱਜ ਸਰੋਤੇ ਬਣੇ ਰਹੇ ਤੇ ਉਹਨਾਂ ਕੋਲੋਂ ਵੀ ਕੋਈ ਲੈ ਲਈਏ ਗੂੜ ਗਿਆਨ ਅਖੀਰ ਦੇ ਵਿੱਚ। ਜਿਹੜੀ ਕੰਮ ਦੀ ਗੱਲ ਜਿਹੜੀ ਚੰਗੀ ਹੋ ਰਹੀ ਹੋਵੇ ਤਾਂ ਉਹਦੇ ਲਈ ਮੈਂ ਬੜਾ ਅੱਛਾ ਸਰੋਤਾ। ਪੋਜੀਸ਼ਨ ਇਹ ਆ ਕਿ ਮੈਂ ਇੰਨਾ 100% ਰਾਈਟ ਹੈ ਇਸ ਗੱਲ 'ਤੇ, ਔਰ ਐਗਰੀ ਕਰਦਾ ਜੈਬ ਹੋਰਾਂ ਨਾਲ, ਤੁਹਾਡੇ ਨਾਲ ਵੀ, ਕਿ ਅਲਟੀਮੇਟ ਓਬਜੈਕਟਿਵ ਜਿਹੜਾ ਸਾਰੇ ਲਾਅ ਦਾ, ਜੂਰਿਸਪ੍ਰੂਡੈਂਸ ਜਿਹੜਾ ਇਹਨਾਂ ਦਾ ਸਬਜੈਕਟ ਹੈਗਾ, ਇਹ ਵਕੀਲ ਹੈਗੇ, ਐਡਵੋਕੇਟ ਇੱਥੇ ਹੈਗੇ ਆ, ਅਲਟੀਮੇਟ ਓਬਜੈਕਟਿਵ ਤਾਂ ਇਹੋ ਹੀ ਨਾ ਲਾਅ ਦਾ, ਕਿ ਅਸੀਂ ਪੁੱਠਾ ਕੰਮ ਨਾ ਕਰੀਏ। ਤੇ ਜਿਹਨੂੰ ਮੈਂ ਕਹੂੰਗਾ ਐਡਵੋਕੇਟ ਜਨਰਲ ਜਿਹੜਾ ਸਾਰੀ ਦੁਨੀਆ ਦਾ ਜਿਹੜਾ ਲਾਅ ਦੇਣ ਵਾਲਾ ਸੀ, ਉਹ ਸੀ ਮੋਸੇਸ। ਉਹਨੇ ਹੀ ਇਹ ਲਾਅ ਦਿੱਤਾ ਨਾ, ਤੂੰ ਚੋਰੀ ਨਾ ਕਰ, ਤੂੰ ਕਤਲ ਨਾ ਕਰ, ਤੂੰ ਜ਼ਨਾਕਾਰੀ ਨਾ ਕਰ, ਤੂੰ ਝੂਠੀ ਗਵਾਹੀ ਨਾ ਦੇ। ਤੇ ਮੈਂ ਸੋਚਦਾ ਕਿ ਅਲਟੀਮੇਟਲੀ ਭਾਵੇਂ ਉਹ ਆਰਥਿਕਤਾ, ਭਾਵੇਂ ਉਹ ਸਿਆਸਤ ਦੇ ਨਾਲ ਸੰਬੰਧ ਰੱਖਦੀ ਆ, ਜਾਂ ਉਹ ਸਾਡੀ ਸਮਾਜੀ ਜ਼ਿੰਦਗੀ ਜਿਹਦੇ ਵਿੱਚ ਲਾਅ ਐਂਡ ਆਰਡਰ ਨਹੀਂ ਤੇ ਐਥਿਕਸ ਐਂਡ ਮੋਰਲਸ ਕੋਈ ਮਾਇਨੇ ਨਹੀਂ ਰੱਖਦੇ, ਉਹ ਸਮਾਜ ਮੈਂ ਇਹ ਕਹੂੰਗਾ ਕਿ ਉਹ ਖਤਮ ਹੋ ਜਾਂਦੇ। ਮਿਸਾਲ ਦੇ ਤੌਰ 'ਤੇ ਮੈਂ ਤੁਹਾਨੂੰ ਮੋਟੀ ਜਿਹੀ ਮਿਸਾਲ ਦੇ ਸਕਦਾ ਕਿ ਦੁਨੀਆ ਦੇ ਵਿੱਚ 3 ਬਹੁਤ ਵੱਡੀਆਂ ਸਭਿਅਤਾਵਾਂ, ਰਾਦਰ 4 ਕਹਿ ਲਓ। ਇੱਕ ਗ੍ਰੀਕ ਸਭਿਅਤਾ ਨੂੰ ਅਸੀਂ ਮੰਨਦੇ, ਇਜਿਪਸ਼ੀਅਨ ਸਭਿਅਤਾਵਾਂ ਨੂੰ ਮੰਨਦੇ, ਇੰਡਸ ਵੈਲੀ ਸਿਵਲਾਈਜੇਸ਼ਨ ਨੂੰ ਹਿੰਦੁਸਤਾਨ 'ਚ ਮੰਨਦੇ, ਤੇ ਚਾਈਨੀਜ਼ ਸਿਵਲਾਈਜੇਸ਼ਨ ਨੂੰ। ਉਹਨਾਂ ਸਾਰਿਆਂ ਦਾ ਅਲਟੀਮੇਟ ਓਬਜੈਕਟਿਵ ਇਹੋ ਹੀ ਸੀ ਕਿ ਐਥਿਕਸ ਐਂਡ ਮੋਰਲਸ ਨੂੰ ਕਿਵੇਂ ਕਾਇਮ ਰੱਖਿਆ ਜਾ ਸਕਦਾ। ਤੇ ਐਥਿਕਸ ਐਂਡ ਮੋਰਲ ਅੱਜ ਦੇ ਸਮੇਂ ਦੇ ਵਿੱਚ ਸਾਡਾ ਸਾਰਾ ਰਿਲੀਜਨ ਜਾਂ ਸਾਡਾ ਸਾਰੇ ਦਾ ਸਾਰਾ ਜਿਹੜਾ ਓਬਜੈਕਟਿਵ ਜਾਂ ਇੰਟੈਂਟ ਜਿਹੜੀ ਜ਼ਿੰਦਗੀ ਦੀ, ਉਹ ਇਹ ਬਣ ਗਈ ਆ, ਸੈਕਸ, ਕ੍ਰਾਈਮ ਐਂਡ ਮਨੀ। ਇਸ ਦੀਆਂ ਗਾਂ ਜਿਹੜੀਆਂ ਬਿਮਾਰੀਆਂ ਨਿਕਲੀਆਂ, ਉਹਨੇ ਐਥਿਕਸ ਐਂਡ ਮੋਰਲ ਨੂੰ ਦਫਨ ਕਰਕੇ ਰੱਖਤਾ। ਮਿਸਾਲ ਦੇ ਤੌਰ 'ਤੇ ਅਨਫੇਅਰ ਕੰਪੀਟੀਸ਼ਨਸ,
ਰਿਲੇਸ਼ਨਸ਼ਿਪ ਦਾ ਟੁੱਟ ਜਾਣਾ, ਕਿਸੇ ਨਾਲ ਕੋਈ ਸਾਡਾ ਰਿਲੇਸ਼ਨ ਨਹੀਂ। ਤੇ ਉੱਥੇ ਅਸੀਂ ਐਥਿਕਸ ਨੂੰ ਇਦਾਂ ਕਹਿੰਦੇ ਕਿ ਇਟਸ ਅ ਫੂਲਸ ਪੈਰਾਡਾਈਜ਼, ਇਹਦੀ ਕੋਈ ਲੋੜ ਨਹੀਂ ਹੈਗੀ, which is destroying the whole nations and countries. That's what I would like to say. ਮੈਨੂੰ ਲੱਗਦਾ ਡਾਕਟਰ ਸਾਹਿਬ ਦੀ ਸਾਡੇ ਨਾਲ ਕੱਟੇ ਗਏ ਲੱਗਦੇ ਆ। ਚੱਠਾ ਸਾਹਿਬ ਤੁਸੀਂ ਹਾਜ਼ਰ ਹੋ। ਜਿਹੜੇ ਅਗਲਾ ਸਵਾਲ ਮੈਂ ਕਰਨਾ ਚਾਹੁੰਦਾ ਸੀ, ਡਾਕਟਰ ਸਾਹਿਬ ਨੇ ਉਹ ਮੈਨੂੰ ਲੱਗਦਾ ਉਹ ਵੇਵਸ ਹੁੰਦੀਆਂ ਨੇ ਪਹਿਲਾਂ ਹੀ ਫੜ ਲਿਆ। ਮੈਂ ਸਵਾਲ ਤੁਹਾਨੂੰ ਇਹ ਕਰਨਾ ਸੀ, ਵੈਸੇ ਸਮਾਂ ਆਪਣਾ ਹੁਣ ਖਤਮ ਹੋਣ ਵਾਲਾ, ਤੁਹਾਡੇ ਆਖਰੀ ਕਮੈਂਟ ਵੀ ਲੈਣੇ ਆ। ਤੁਸੀਂ ਕਿਹਾ ਕਿ ਜਿਹੜੀ ਨੈਤਿਕਤਾ ਇਹਦੇ ਵਾਸਤੇ ਕੋਈ ਕਾਨੂੰਨ ਨਹੀਂ ਬਣਿਆ। ਮੈਂ ਸਮਝਦਾ ਸਾਰੇ ਦਾ ਸਾਰਾ ਕਾਨੂੰਨ ਤੁਸੀਂ ਐਡਵੋਕੇਟ ਬਣਿਆ ਹੀ ਨੈਤਿਕਤਾ ਦੇ ਉੱਤੇ ਆ ਕਿ ਕ੍ਰਾਈਮ ਜਿਹੜਾ ਵਰਡ ਆ, ਕ੍ਰਾਈਮ ਵਰਡ I agree. ਕ੍ਰਾਈਮ ਨੂੰ ਰੋਕਣਾ, ਚੋਰੀ ਨੂੰ ਰੋਕਣਾ, ਝੂਠ ਬੋਲਣ ਨੂੰ ਰੋਕਣਾ, ਸਹੁੰ ਚੁੱਕ ਕੇ ਉੱਥੇ ਆਪਣੇ ਗਵਾਹੀ ਦੇਣਾ, ਇਹ ਸਾਰੀ ਨੈਤਿਕਤਾ ਦੇ ਦਾਇਰੇ 'ਚ ਤੇ ਆਉਂਦਾ ਸਰ। ਤੁਸੀਂ ਕਹਿੰਦੇ ਹੋ ਨਾ, ਪਰ ਮੈਂ ਕਹਿੰਦਾ ਹੈਗਾ ਵੀ ਇਹ ਜਿਹੜੇ ਅਸੀਂ ਕੈਟਾਗਰੀਆਂ ਬਣਾਈਆਂ ਹੈਗੀਆਂ, ਉਹ ਬਣਾਈਆਂ ਜਿਨ੍ਹਾਂ ਨੂੰ ਕੋਈ ਕਾਨੂੰਨੀ ਮਾਨਤਾ ਨਹੀਂ ਗੀ। ਜੇ ਕੋਈ ਬੰਦਾ ਝੂਠੀ ਗਵਾਹੀ ਦਿੰਦਾ ਨਾ, ਉਹਦੀ ਸਜ਼ਾ ਵੀ ਉਹਨੂੰ ਹੋ ਸਕਦੀ ਹੈਗੀ ਆ। ਗੱਲ ਕਰਦਾ ਵੀ ਜਿਹੜੇ ਕਾਨੂੰਨ ਨਹੀਂ ਬਣੇ ਹੋਏ, ਮੇਰਾ ਸਵਾਲ ਤਾਂ ਜਿਹੜੇ ਇਹ ਹੈ ਕਿ ਕਾਨੂੰਨ ਇਹ ਚੀਜ਼ਾਂ ਜਿਹੜੇ ਨੈਤਿਕਤਾ ਦੇ ਦਾਇਰੇ 'ਚ ਹੈ ਜਾਂ ਨਹੀਂ। ਤੁਸੀਂ ਜਾਂ ਕੋਈ ਨੈਤਿਕਤਾ ਵੱਖਰੀ ਤਰ੍ਹਾਂ ਦੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ, ਜਿਹੜੀਆਂ ਇਹ ਚੀਜ਼ਾਂ ਨੇ ਕਿ ਬੰਦੇ ਨੇ ਝੂਠ ਨਹੀਂ ਬੋਲਣਾ, ਦੂਜੇ ਦਾ ਹੱਕ ਨਹੀਂ ਮਾਰਨਾ, ਚੋਰੀ ਨਹੀਂ ਕਰਨੀ, ਫਰੇਬ ਨਹੀਂ ਕਰਨਾ, ਝੂਠੀ ਗਵਾਹੀ ਨਹੀਂ ਦੇਣੀ, ਕਤਲ ਨਹੀਂ ਕਰਨਾ, ਕਿਸੇ ਨੂੰ ਗਾਲ ਨਹੀਂ ਕੱਢਣੀ, ਕਿਸੇ ਨਾਲ ਹੋਰ ਨਹੀਂ, ਹਰ ਚੀਜ਼ ਲਈ ਲਾਅ ਬਣੇ ਹੋਏ ਆ ਮੇਰੇ ਖਿਆਲ, ਜੋ ਡਾਕਟਰ ਸਾਹਿਬ ਕਹਿ ਰਹੇ ਆ। ਮੈਂ ਉਹਨੂੰ ਨੈਤਿਕਤਾ ਨਹੀਂ ਮੰਨਦਾ ਜੀ। ਅੱਛਾ, ਅਸੀਂ ਨੈਤਿਕਤਾ ਉਹਨੂੰ ਮੰਨਦੇ ਆ ਜਿਹੜੇ ਪੋਜ਼ਿਟਿਵ ਆ, ਜਿਨ੍ਹਾਂ ਤੇ ਕਾਨੂੰਨ ਨਹੀਂ ਬਣੇ। ਦੇ ਹਰੇਕ ਬੰਦੇ ਨੇ ਸਮਾਜ 'ਚ ਰਹਿਣਾ। ਸਮਾਜ 'ਚ ਰਹਿਣ ਲਈ ਸਿੱਧੇ ਦੋ ਅਸੂਲ ਹੈਗੇ ਆ, ਇੱਕ ਹੈਗਾ ਉਹ ਡਿਸਪਲਿਨ 'ਚ ਰਵੇ ਤੇ ਇੱਕ ਦੂਜੇ ਦਾ ਸਹਿਯੋਗ ਕਰੇ। ਡਿਸਪਲਿਨ ਦੇ ਵਿੱਚ ਰੱਖਣ ਲਈ ਕਾਨੂੰਨ ਸਾਡੇ ਕੋਲ ਬਣੇ ਹੈਗੇ, ਇਸ ਕਰਕੇ ਉਹਨੂੰ ਅਸੀਂ ਨੈਤਿਕਤਾ ਨਹੀਂ ਮੰਨਦੇ। ਤੇ ਜਿਹੜਾ ਸਹਿਯੋਗ ਕਰਨਾ ਹੈਗਾ ਵਾ, ਅਸੀਂ ਉਹਨੂੰ ਨੈਤਿਕਤਾ ਮੰਨਦੇ ਆ, ਜਿਹਦੇ ਲਈ ਕੋਈ ਕਾਨੂੰਨ ਨਹੀਂ ਬਣਿਆ। ਚੱਠਾ ਸਾਹਿਬ ਜਿਹੜੀਆਂ NGO ਜਾਂ ਸੰਸਥਾਵਾਂ ਜਿੱਦਾਂ ਆਪਣੇ ਰਵੀ ਸਿੰਘ ਵਾਲੀ ਸੰਸਥਾ ਵਾ, ਲੰਗਰ ਲਾਉਂਦੇ ਆ, ਜਿੱਥੇ ਲੋੜਵੰਦ ਹੁੰਦੇ ਉੱਥੇ ਪਹੁੰਚ ਜਾਂਦੇ ਆ, ਜੋ ਮਨੀਪੁਰ 'ਚ ਬੜਾ ਵੱਡਾ ਆਇਆ ਤੇ ਉੱਥੇ ਪਹੁੰਚੇ ਹੋਏ ਆ, ਉਹਨਾਂ ਨੂੰ ਤੁਸੀਂ ਉਹ ਕਿਸੇ ਕਾਨੂੰਨ ਦੇ ਦਾਇਰੇ 'ਚ ਨਹੀਂ ਆਉਂਦੇ, ਉਹਨਾਂ ਨੂੰ ਕੋਈ ਪਾਬੰਦੀ ਨਹੀਂ ਆ ਕਿ ਉਹ ਜਾ ਕੇ ਕਰਨ, ਪਰ ਉਹ ਕਰਦੇ ਆ। ਕੀ ਉਹ ਨੈਤਿਕ ਕੰਮਕਾਜ ਕਰਦੇ ਆ ਜਾਂ ਨਹੀਂ? ਉਹ ਨੈਤਿਕ ਕਰਦੇ ਆ। ਜੇ ਉਹ ਨਾ ਵੀ ਕਰਨ, ਉਹਨਾਂ ਕੋਈ ਸਜ਼ਾ ਤੇ ਨਹੀਂ ਦਿਸਦਾ ਰਵੀ ਸਿੰਘ ਨੂੰ ਕੋਈ। ਹਾਂ ਹਾਂ, ਜੇ ਕਿਸੇ ਦੀ ਨਾ ਵੀ ਹੈਲਪ ਕਰਨ ਤਾਂ ਉਹਨੂੰ ਸਜ਼ਾ ਤਾਂ ਕੋਈ ਨਾ ਬਣਦੀ। ਤੁਹਾਡੀ ਪਰਿਭਾਸ਼ਾ 'ਚ ਆਉਂਦੇ ਆ ਉਹ? ਮੇਰੀ ਪਰਿਭਾਸ਼ਾ 'ਚ ਉਹ ਨੈਤਿਕ ਕੰਮ ਕਰ ਰਹੇ ਹੈਗੇ ਆ। ਉਹ ਨਹੀਂ ਵੀ ਕਰਨ, ਉਹਨਾਂ ਨੂੰ ਕੋਈ ਸਜ਼ਾ ਨਹੀਂ ਗੀ। ਹਾਂ ਹਾਂ, ਉਹ ਆਪਦੀ ਮਨ ਦੀ ਸੈਟੀਸਫੈਕਸ਼ਨ ਲਈ, ਮਨੁੱਖਤਾ ਦੇ ਭਲੇ ਲਈ ਕਰ ਰਹੇ, ਉਹਨਾਂ ਨੂੰ ਕਰਨਾ ਚਾਹੀਦਾ ਹੈ। ਮੈਂ ਸਮਾਜ 'ਚ ਰਹਿਣ ਲਈ ਇੱਕ ਦੂਜੇ ਦਾ ਸਹਿਯੋਗ ਬਹੁਤ ਜ਼ਰੂਰੀ ਹੈਗਾ। ਉਹਦੇ ਲਈ ਕਾਨੂੰਨ ਕੋਈ ਨਿਗਾ। ਬੰਦਾ ਸਵੈ ਇੱਛਾ ਨਾ ਕਰ ਰਿਹਾ, ਕੋਈ ਉਹ ਕੰਪੈਲ ਕਰਾ ਕੇ ਤੇ ਰਵੀ ਸਿੰਘ ਕੋ ਨਹੀਂ ਕਰਾ ਰਿਹਾ ਕੋਈ ਹੁਣ। ਅੱਛਾ ਡਾਕਟਰ ਸਾਹਿਬ, ਹੁਣ ਆਪਾਂ ਕਨਕਲੂਡ ਕਰੀਏ, ਸਮਾਂ ਥੋੜਾ ਰਹਿ ਗਿਆ, ਫਿਰ ਆਖਰੀ ਕਮੈਂਟ ਆਪਾਂ ਚੱਠਾ ਸਾਹਿਬ ਕੋ ਵੀ ਲਵਾਂਗੇ। ਤੁਸੀਂ ਕੋਈ ਇਹ ਜਿਹੜੇ ਵਿਸ਼ਵ ਕਾਨਫਰੰਸਾਂ ਕਰਾਉਂਦੇ ਨੇ, ਭਾਵੇਂ ਚੱਠਾ ਸਾਹਿਬ ਨੇ ਜਾਂ ਕੰਗ ਸਾਹਿਬ ਨੇ, ਭੈਣ ਜੀ ਕਮਲਜੀਤ ਨੇ, ਜਾਂ ਦੁਨੀਆ 'ਚ ਕਿਤੇ ਹੋਰ ਵੀ ਹੋ ਰਹੀਆਂ ਨੇ, ਮੇਰੇ ਰਿਸ਼ਤੇਦਾਰ ਨੇ ਯੂਰਪ 'ਚ, ਉਹ ਵੀ ਕਹਿੰਦੇ ਅਸੀਂ ਵੀ ਕਰਾਉਣੀ ਆ। ਹੁਣ ਉਹ ਕਹਿੰਦੇ ਵੀ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਇਕੱਲੀ। ਉਹ ਕਹਿੰਦੇ ਯੂਰਪ 'ਚ ਟ੍ਰੈਂਡ ਨਹੀਂ ਹੈਗਾ, ਇੱਥੇ ਵੀ ਸ਼ੁਰੂ ਕਰਨਾ, ਸਾਡੀ ਮਦਦ ਕਰੋ। ਮੈਂ ਕਿਹਾ ਚੱਠਾ ਸਾਹਿਬ ਦਾ ਨੰਬਰ ਦੇ ਦੂੰਗਾ, ਉਹ ਬੜੇ ਮਾਰ ਰਹੇ ਇਸ ਕੰਮ ਦੇ, ਤੁਹਾਡੀ ਉਹ ਹੈਲਪ ਕਰ ਦੇਣਗੇ। ਸੋ ਤੁਸੀਂ ਇਹਨਾਂ ਸਾਰੇ ਸੱਜਣਾਂ ਨੂੰ ਕੁਝ ਸੁਝਾਅ ਦੇਣਾ ਚਾਹੋਗੇ ਇੱਕ ਅੱਧੇ ਮਿੰਟ 'ਚ, ਵੀ ਕੀ ਜੋ ਤੁਸੀਂ ਹੁਣ ਤੱਕ ਕੀਤਾ ਉਹ ਬਹੁਤ ਚੰਗਾ ਕੀਤਾ, ਜੋ ਨਹੀਂ ਕੀਤਾ ਉਹ ਕੀ ਕਰਨਾ? ਮੈਂ ਕਹਿੰਦਾ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਕਿ ਜਿਹੜਾ ਨਹੀਂ ਹੋ ਸਕਿਆ ਸਾਡੇ ਕੋਲ, ਉਹਨੂੰ ਗਾਂਹ ਕਰਾਂਗੇ, ਪਰ ਕੋਈ ਇਹ ਸਜ਼ਾ ਨਹੀਂ ਸਾਡੇ ਉੱਤੇ ਵੀ ਸਾਡੇ ਕੋਲ ਨਹੀਂ ਹੋ ਸਕਿਆ ਤੁਸੀਂ ਬੰਦ ਕਰ ਦਿਓ। ਜਿੱਦਾਂ ਹੁਣ ਤੁਸੀਂ ਇਹ ਕਿ ਯੂਰਪ ਦੇ ਵਿੱਚ ਇੱਕ ਕਾਨਫਰੰਸ ਹੋਣ ਵਾਲੀ, ਯੈਸ ਵੈਰੀ ਗੁੱਡ ਐਫਰਟ। ਤੇ ਐਥਿਕਸ ਐਂਡ ਮੋਰਲਸ ਜਿਹੜੇ ਆ ਨਾ, ਜੇ ਐਥਿਕਸ ਐਂਡ ਮੋਰਲਸ ਨੂੰ ਤੁਸੀਂ ਸਿਆਸਤ ਵਿੱਚੋਂ, ਲਾਅ ਵਿੱਚੋਂ ਜਾਂ ਆਰਥਿਕਤਾ ਵਿੱਚੋਂ ਕੱਢ ਦਿਓ ਤੇ ਇੱਕ ਖੋਖਲਾਪਨ ਪੈਦਾ ਹੋ ਜਾਂਦਾ। ਇਸ ਲਈ ਇਹ ਸਾਡੇ ਮੁੱਢਲੇ ਨਿਯਮ ਆ। ਜਦੋਂ ਤੁਸੀਂ ਇਹ ਕਹਿੰਦੇ ਕਿ ਕਤਲ ਨਾ ਕਰੀ, ਤਾਂ ਜੇ ਕਰਾਂਗਾ ਤਾਂ ਫਿਰ ਤੂੰ ਭਰੇਗਾ। ਤੋ ਐਥਿਕਸ ਇਜ਼ ਦਾ ਬੇਸਿਕ ਆਫ ਆਲ ਆਰ ਐਗਜ਼ਿਸਟੈਂਸ। ਤੇ ਮੈਂ ਵਧਾਈ ਦਿੰਦਾ ਇਹਨਾਂ ਨੂੰ ਦੁਬਾਰਾ ਫਿਰ ਚੱਠਾ ਸਾਹਿਬ ਹੋਰਾਂ ਨੂੰ ਕਿ ਇੱਕ ਬਹੁਤ ਵੱਡਾ ਕੰਮ ਕਰ ਰਿਹਾ। ਬੇਸ਼ੱਕ ਉਹਨੂੰ ਸਮਝਣ ਲਈ ਬਹੁਤ ਗਹਿਰਾਈ ਦੇ ਵਿੱਚ ਜਾਣ ਦੀ ਲੋੜ ਹੈ। ਚੱਠਾ ਸਾਹਿਬ ਤੁਸੀਂ ਵੀ ਕਨਕਲੂਡ ਕਰ ਦਿਓ। ਉਹਦਾ ਮੈਂ ਇੱਕ ਸਵਾਲ ਕਰਨਾ, ਫੇਰ ਕਦੀ ਕਰ ਲੂੰਗਾ ਜੇ ਕਹਿੰਦੇ ਤੁਹਾਨੇ ਸਾਡੇ ਕੋਲ ਕਈ ਵਾਰੀ ਬਿੰਦੀ ਪਾਉਣੋਂ ਵੀ ਰਹਿ ਜਾਂਦੀ ਆ, ਗਲਤਾਂ ਪੈ ਜਾਂਦੀ ਆ, ਅੱਧਕ ਵੀ ਗਲਤ ਪੈ ਜਾਂਦਾ ਹੈਗਾ, ਤੇ ਉਹਦੇ ਲਈ ਮੈਂ ਮਾਫੀ ਮੰਗਦਾ। ਇੱਕ ਬੰਦੇ ਨੂੰ 3-4 ਵਾਰ ਮੈਂ ਕਹਿ ਹਟਿਆ, ਮੈਂ ਕਿਹਾ ਜੀ ਮਾਫੀ ਦੇ ਦਿਓ, ਗਲਤੀ ਹੋ ਗਈ। ਨਹੀਂ ਕਹਿੰਦੇ ਤੁਸੀਂ ਗਲਤ ਪਾਈ ਕਿਉਂ,
ਤੀਜੀ ਵਾਰੀ ਕਿਹਾ ਫੇਰ ਗਲਤ ਪਾਈ ਕਿਉਂ? ਤੇ ਮੈਂ ਕਿਹਾ ਵੀ ਦੱਸੋ ਤੁਸੀਂ ਚਾਹੁੰਦੇ ਕੀ ਹੈਗੇ ਹੋ? ਹੁਣ ਮੈਂ ਅਗਲੀ ਵਾਰੀ ਗੁਰੂ ਆਪਣੇ ਨਾਥ ਸਾਹਿਬ ਨੂੰ ਕਹਿ ਦੂੰਗਾ, ਅਗਲੀ ਵਾਰੀ ਕਾਨੂੰਨ ਤੁਹਾਡਾ ਸਨਮਾਨ ਕਰ ਦਾਂਗੇ। ਮੇਰਾ ਨੰਬਰ ਬੇਸ਼ੱਕ ਉਹਨੂੰ ਦੇ ਦਿਆ ਕਰੋ ਸਿੱਧਾ ਹੀ। ਉਹਨੂੰ ਹੁਣ ਸਨਮਾਨ ਹੀ, ਮੈਂ ਕਿਹਾ ਹੁਣ ਤੈਨੂੰ ਸਨਮਾਨ ਹੀ ਕਰ ਸਕਦੇ ਆ, ਅਗਲੀ ਵਾਰੀ ਤੈਨੂੰ ਸਨਮਾਨ ਕਰ ਦਾਂਗੇ। ਤੂੰ ਬਿੰਦੀ ਦੀ ਗਲਤੀ ਕਰਤਾ ਸੀ ਜਿਹੜੀ ਮੈਂ ਕਿਹਾ ਤੁਸੀਂ ਕਰਾਈ ਸੀਗੀ, ਤੇ ਉਹ 'ਚ ਦੀ ਬਿੰਦੀ ਸਹੀ ਪਾਈ ਸੀਗੀ? ਕਹਿੰਦਾ ਨਹੀਂ ਅਸੀਂ ਤਾਂ ਕਦੀ ਕਰਾਈ ਨਹੀਂ ਗੀ। ਹਾਂ, ਅੱਛਾ ਚੱਠਾ ਸਾਹਿਬ, ਲਾਸਟ ਮੈਂ ਗੱਲ ਕਰਨੀ ਆ, ਜਿੱਦਾਂ ਆਪਾਂ ਪੱਗ ਬੰਨ੍ਹਦੇ ਆ ਸਰਦਾਰ ਲੋਕ, ਤੇ ਅਸੀਂ ਕਹਿੰਦੇ ਆ ਅਸੀਂ ਪੱਗ ਪਹਿਨੀ ਹੋਈ ਆ, ਕੜਾ ਪਾਉਂਦੇ ਆ ਗੁਰੂ ਸਾਹਿਬਾਂ ਦਾ, ਤੇ ਅਸੀਂ ਜਦੋਂ ਬਾਹਰ ਨਿਕਲਦੇ ਆ ਤੇ ਲੋਕੀ ਸਾਨੂੰ ਇੱਕ ਐਸੇ ਨਜ਼ਰੀਏ ਨਾਲ ਵੇਖਦੇ ਵੀ ਅਸੀਂ ਗਲਤੀ ਨਾ ਕਰੀਏ ਕੋਈ, ਤੇ ਹੁੰਦੀ ਵੀ ਇਦਾਂ ਹੀ ਆ। ਜੇ ਸਾਨੂੰ ਆਪਣੀ ਪੱਗ ਦਾ ਧਿਆਨ ਰਵੇ ਤੇ ਅਸੀਂ ਗਲਤੀ ਨਹੀਂ ਕਰਦੇ। ਤੇ ਜਿਹੜੇ ਅਸੀਂ ਨੈਤਿਕਤਾ ਦਾ ਪਾਠ ਪੜਾਉਣ ਵਾਲੇ ਲੋਕ ਆ, ਜਿੱਦਾਂ ਤੁਸੀਂ ਇਹ ਮੁੱਦਾ ਚੁੱਕਿਆ ਹੋਇਆ, ਆਪਣੀ ਟੀਮ ਦੇ ਵਿੱਚ ਆਲੇ ਦੁਆਲੇ ਤੁਸੀਂ ਨੈਤਿਕ ਕਦਰਾਂ ਕੀਮਤਾਂ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਸਾਰੇ ਲੋਕ ਪਰਫੈਕਟਲੀ ਨੈਤਿਕਤਾ ਦੇ ਉੱਤੇ ਉਤਰੇ ਹੋਏ ਆ, ਜਿਹੜੇ ਲੋਕਾਂ ਨੂੰ ਕਹਿ ਰਹੇ ਵੀ ਨੈਤਿਕਤਾ ਕਦਰਾਂ ਕੀਮਤਾਂ ਅਪਣਾਓ, ਆਪਣੇ 'ਚ ਤੇ ਕਿਤੇ ਕੋਈ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ ਨਾ? ਜੇ ਗੁਰੂ ਸਾਹਿਬ ਸਾਨੂੰ ਕੋਈ ਰਾਹ ਦਿਖਾ ਕੇ ਗਏ, ਇੱਕ ਮਿਸਾਲ ਦਿੰਦੇ ਹੁੰਦੇ, ਪਤਾ ਨਹੀਂ ਗਾਂਧੀ ਦੀ ਕਿ ਕਿਹਦੀ, ਉਹਨੂੰ ਕਹਿੰਦੇ ਜੀ ਨਿਆਣਾ ਗੁੜ ਬੜਾ ਖਾਂਦਾ, ਉਹ ਕਹਿੰਦਾ ਬੀਬੀ ਅਗਲੇ ਹਫਤੇ ਆਈ, ਤੇ ਫਿਰ ਅਗਲੇ ਹਫਤੇ ਗਈ ਤੇ ਉਹਨੂੰ ਕਾਕਾ ਗੁੜ ਨਾ ਖਾਇਆ ਕਰ, ਉਹ ਆਂਦੇ ਤੂੰ ਪਹਿਲਾਂ ਹੀ ਦੱਸ ਦੇਨੂੰ, ਕਹਿੰਦਾ ਉਦੋਂ ਮੈਂ ਵੀ ਖਾਂਦਾ ਹੁੰਦਾ ਸੀ। ਤੇ ਆਪਣੇ ਟੀਮ ਦੇ ਵਿੱਚ ਨੈਤਿਕਤਾ ਦਾ ਪੱਖ ਕਿੰਨਾ ਕੁ ਮਤਲਬ ਭਾਰੂ ਆ? ਮੇਰੇ ਖਿਆਲ ਦੇ ਵਿੱਚ ਤਾਂ ਹਰੇਕ ਨੂੰ ਇਹ ਮੰਨਣਾ ਹੀ ਚਾਹੀਦਾ, ਮੰਨਦੇ ਹੀ ਹੈਗੇ ਆ। ਤੇ ਮੈਨੂੰ ਇਹੋ ਜਿਹਾ ਗੱਲ ਲੱਗਾ ਨਹੀਂ ਕਦੇ। ਮੈਂ ਨਿੱਜੀ ਤੌਰ ਤੇ ਨਹੀਂ, ਨਿੱਜੀ ਸਵਾਲ ਨਹੀਂ, ਮੈਂ ਕਹਿੰਦਾ ਜੋ ਟੀਮ ਵਰਕ ਕਰਦੇ ਆ ਨਿੱਜੀ ਲੋਕਾਂ ਦਾ, ਮੈਂ ਲੱਗਦਾ ਆਮ ਕਰਕੇ ਸਾਡੇ ਜਿਹੜੇ ਬੰਦੇ ਹੈਗੇ ਆ ਉਹ ਸਾਰੇ ਆਪਣਾ ਕੰਮ ਕਰਦੇ ਆ। ਜੇ ਤੁਹਾਡੇ ਕਹੇ ਸਾਡੇ ਬਿਜ਼ਨਸਮੈਨ ਹੈਗੇ ਆ, ਆਪਣੇ ਕੋਲੋਂ ਹੀ ਉਹ ਪੈਸੇ ਪਾ ਕੇ ਕਰਦੇ ਆ। ਕਦੀ ਕਿਸੇ ਕੋਲ ਕੋਈ ਬੰਦਾ ਕੋਈ ਪੈਸਾ ਮੰਗਣ ਨਹੀਂ ਗਿਆ, ਪਰਚੀ ਛਾਪ ਕੇ ਕਦੀ ਕਿਸੇ ਕੋਲ ਪੈਸੇ ਨਹੀਂ ਮੰਗੇ, ਤੇ ਹਜੇ ਤੱਕ ਗ੍ਰਾਂਟ ਵੀ ਸਾਨੂੰ ਨਹੀਂ ਮਿਲੀ, ਸਾਨੂੰ ਲੈਣੀ ਨਹੀਂ ਆਉਂਦੀ, ਅਪਲਾਈ ਨਹੀਂ ਕਰਨੀ ਆਉਂਦੀ। ਤੇ ਸਾਡਾ ਜੇ ਤੇ ਹੱਕ ਵੀ ਬਣਦਾ, ਅਸੀਂ ਜੇ ਇਹ ਕੰਮ ਸਹੀ ਕਰ ਰਹੇ ਤੇ ਗ੍ਰਾਂਟ ਗਵਰਨਮੈਂਟ ਕੋਲ ਲੈ ਵੀ ਸਕਦੇ ਆ। ਅਸੀਂ ਸਾਡੇ ਕੋਲ ਲੈ ਨਹੀਂ ਤੁਸੀਂ ਇਹ ਗੱਲ ਕਰਦੇ ਨਾ ਜੀ ਨੈਤਿਕਤਾ, ਮੇਰੇ ਖਿਆਲ ਦੇ ਵਿੱਚ ਸਾਡੇ ਬੰਦੇ ਸਾਰੇ ਹੀ, ਜਿਹੜਾ ਬੰਦਾ ਨਹੀਂ ਨਾ, ਪ੍ਰਗਟ ਸਿੰਘ ਦੀ ਦੂਜੀ ਗੱਲ ਵੀ ਸੁਣ ਲਈਓ। ਪ੍ਰਗਟ ਸਿੰਘ ਗਰੇਵਾਲ ਸਾਹਿਬ ਨੇ ਉਦੋਂ ਇੱਕ ਗੱਲ ਵੀ ਕਹੀ ਸੀਗੀ, ਜਿਹੜੇ ਤੁਹਾਡੇ ਨੇ ਕਹਿੰਦਾ ਸਵਾਰਥੀ ਮਤਲਬੀ ਲੋਕ ਤੁਹਾਡੇ ਤੇ ਰਲਣਗੇ, ਜਦੋਂ ਉਹਨਾਂ ਦਾ ਮਤਲਬ ਪੂਰਾ ਹੋ ਗਿਆ ਤੁਹਾਨੂੰ ਛੱਡ ਜਾਣਗੇ, ਜਿੱਦਣ ਤੁਹਾਡਾ ਨਹੀਂ ਹੋਊਗਾ ਉਹਨਾਂ ਦਾ ਪੂਰਾ ਉਹ ਫੇਰ ਛੱਡ ਜਾਣਗੇ। ਤੁਹਾਡੇ ਨਾਲ ਉਹੋ ਜਿਹੇ ਬੰਦੇ ਰਹਿੰਦੇ ਜਿਹੜੇ ਤੁਹਾਡੇ ਵਰਗੇ ਹੋਣ। ਇਸ ਕਰਕੇ ਇੱਕੋ ਇਹ ਗੱਲ ਤੇ ਇੱਕ ਨਾਲ ਆਖਰੀ ਗੱਲ, ਜੇ ਤੁਸੀਂ ਕਿਹਾ ਮੈਂ ਆਖਰੀ ਗੱਲ ਕਹਿ ਦਿੰਦਾ ਹੈਗਾ ਵਾ, ਉਹ ਕਹਿੰਦੇ ਵੀ ਪੰਜਾਬੀ ਦੀ ਸੇਵਾ ਕਿਵੇਂ ਕਰ ਸਕਦੇ ਆ? ਉਹ ਕਹਿੰਦੇ ਪੰਜਾਬੀ ਦੀ ਸੇਵਾ ਐਵੇਂ ਕਰਦੇ ਹੈਗਾ ਵੀ ਪੰਜਾਬੀ ਬਿਜ਼ਨਸ ਪ੍ਰੋਫੈਸ਼ਨ ਐਸੋਸੀਏਸ਼ਨ ਅਜੈਬ ਸਿੰਘ ਚੱਠੇ ਉਹਨਾਂ ਨੂੰ ਸਵੇਰੇ ਉੱਠ ਕੇ 2 ਗਾਲਾਂ ਕੱਢ ਲਿਆ ਕਰੋ, ਤਾਂ ਤੁਹਾਡੀ ਸੇਵੀ ਪੰਜਾਬੀ ਲਈ ਤੁਹਾਡੀ ਸੇਵਾ ਹੋਗੀ। ਇਹੋ ਹੀ ਆ ਜੀ ਉਹਨਾਂ ਦੀ ਸੇਵਾ। ਚਲੋ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਏ, ਵਧੀਆ ਗੱਲਾਂ ਕੀਤੀਆਂ ਲੈਂਗੁਏਜ ਬਾਰੇ। ਜੀ ਹਾਂ ਡਾਕਟਰ ਸਾਹਿਬ ਬੋਲੋ। ਹਾਂਜੀ, ਮੈਂ ਬਸ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ। ਅੱਜ ਆਪਣਾ ਸਬਜੈਕਟ ਜਿਹੜਾ ਸੀ ਉਹ ਸਾਰਾ ਚੱਠਾ ਸਾਹਿਬ ਉਹਨਾਂ ਨੇ ਆਪਣੇ ਤੇ ਲੈ ਲਿਆ। ਉਹ ਨਹੀਂ ਇਹ ਵੀ ਸਬਜੈਕਟ ਬਹੁਤ ਸੋਹਣਾ ਸੀ ਜੀ, ਆਪਾਂ ਕਰਦੇ ਰਹੇ, ਬਹੁਤ ਚੰਗਾ ਲੱਗਾ। ਅਗਲੇ ਹਫਤੇ ਕਰਾਂਗੇ ਤੇ ਇਹਨਾਂ ਨੂੰ ਵੀ ਲੈ ਆਉਣਾ ਉਹਦੇ 'ਚ। ਬਹੁਤ ਚੰਗਾ ਲੱਗਿਆ ਜੀ, ਚੱਠਾ ਸਾਹਿਬ ਨਾਲ ਗੱਲ ਕਰਕੇ ਵੀ ਬਹੁਤ ਚੰਗਾ ਲੱਗਿਆ। ਡਾਕਟਰ ਸਾਹਿਬ ਆਪਾਂ ਤੇ ਕਰਦੇ ਰਹਿੰਦੇ ਆ, ਚੱਠਾ ਸਾਹਿਬ ਨਾਲ ਇੱਕ ਨਵਾਂ ਨਰੋਆ ਮਤਲਬ ਸਬਜੈਕਟ ਸੀ ਜਿੱਤੇ ਗੱਲ ਕੀਤੀ ਆ, ਤੇ ਬਹੁਤ ਚੰਗਾ ਲੱਗਿਆ। ਮੈਨੂੰ ਉਮੀਦ ਆ ਕਿ ਸਾਡੇ ਦਰਸ਼ਕਾਂ ਨੂੰ ਵੀ ਇਹ ਜ਼ਰੂਰ ਚੰਗਾ ਲੱਗਾ ਹੋਊਗਾ। ਇਹਨੂੰ ਅਸੀਂ ਚੰਗੇ ਢੰਗ ਨਾਲ ਇਹਨੂੰ ਆਡਿਟ ਕਰਕੇ ਤੇ ਆਪਣੇ YouTube ਤੇ ਵੀ ਪਾਵਾਂਗੇ, ਆਪਣੇ TV ਤੇ ਰਿਪੀਟ ਵੀ ਕਰਾਂਗੇ। ਆਪਣੇ ਦਰਸ਼ਕਾਂ ਨੂੰ ਦੱਸ ਦਿੰਦੇ ਕਿ ਕੱਲ ਅਸੀਂ ਫਿਰ ਇਸ ਪ੍ਰੋਗਰਾਮ ਨੂੰ ਠੀਕ 12 ਵਜੇ ਰਿਪੀਟ ਕਰਾਂਗੇ, ਔਰ ਜਿਹੜੇ ਸਾਨੂੰ ਸੁਣਨ ਨੂੰ ਰਹਿ ਗਏ ਹੁਣ ਸੱਜਣ, ਉਹ ਫਿਰ ਸੁਣ ਸਕਦੇ ਆ। ਫੇਸਬੁੱਕ ਤੇ ਵੀ ਜਾ ਸਕਦੇ ਆ, ਮੇਰੇ ਪਰਸਨਲ ਪੇਜ ਤੇ ਜਾ ਸਕਦੇ ਆ, ਸਾਡੇ TV ਦੇ ਪੇਜ ਤੇ ਜਾ ਸਕਦੇ ਆ, ਔਰ ਨਾਲ ਦੀ ਨਾਲ ਅਸੀਂ YouTube ਦੇ ਉੱਤੇ ਵੀ ਇਹਨੂੰ ਪ੍ਰੋਪਰ ਢੰਗ ਨਾਲ ਪਾਉਣ ਦਾ ਯਤਨ ਕਰਾਂਗੇ। ਤੁਹਾਡਾ ਸਹਿਯੋਗ ਲਈ, ਮਿਲਣ ਲਈ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਚੱਠਾ ਸਾਹਿਬ ਤੇ ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ, ਮਿਹਰਬਾਨੀ ਜੀ। पंजाब करा